हेलो गाइस, वेलकम टू करियर एज। बच्चे ਆਪਾਂ ਅੱਜ ਜੇਲ੍ਹ ਬੋਰਡਰ ਦਾ ਐਗਜ਼ਾਮ ਡਿਸਕਸ ਕਰਾਂਗੇ। ਠੀਕ ਹੈ, ਜੇਲ੍ਹ ਬੋਰਡਰ ਦਾ ਐਗਜ਼ਾਮ ਜੋ ਕਿ 27 ਅਗਸਤ 2021 ਨੂੰ ਕੰਡਕਟ ਕੀਤਾ ਗਿਆ ਬੱਚੇ, ਉਹਦਾ ਕੁਐਸਚਨ ਪੇਪਰ ਡਿਸਕਸ ਕਰਾਂਗੇ। ਤੇ ਬੇਸਿਕਲੀ ਜਿਹੜਾ ਜੀਕੇ ਵਾਲਾ ਪੋਰਸ਼ਨ ਹੈ ਜਾਂ ਫਿਰ ਜੀਐਸ ਵਾਲਾ ਪੋਰਸ਼ਨ ਹੈ, ਉਹ ਵਾਲਾ ਪੋਰਸ਼ਨ ਆਪਾਂ ਜੇਲ੍ਹ ਬੋਰਡਰ ਐਗਜ਼ਾਮ ਵਾਲਾ ਡਿਸਕਸ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਹੈ ਬੱਚੇ, ਇੰਡੀਅਨ ਨੈਸ਼ਨਲ ਕੈਲੰਡਰ ਇਜ਼ ਬੇਸਡ ਔਨ ਕਿਹੜਾ। ਠੀਕ ਹੈ, ਦੇਖੋ ਆਪਣਾ ਜਿਹੜਾ ਨੈਸ਼ਨਲ ਕੈਲੰਡਰ ਹੈ ਬੱਚੇ, ਜਾਂ ਆਪਾਂ ਗੱਲ ਕਰੀਏ ਸਰਕਾਰੀ ਕੈਲੰਡਰ ਹੈਗਾ, ਗਵਰਨਮੈਂਟ ਆਫ ਇੰਡੀਆ, ਭਾਰਤ ਸਰਕਾਰ ਜਦੋਂ ਵੀ ਕੋਈ ਨਵੀਂ ਨੋਟੀਫਿਕੇਸ਼ਨ ਜਾਰੀ ਕਰਦੀ ਹੈ, ਕੋਈ ਵੀ ਨਵਾਂ ਰੂਲ ਪਾਸ ਕਰਦੀ ਹੈ, ਤਾਂ ਉਸ ਜੋ ਰੂਲ ਜਾਂ ਕੋਈ ਨੋਟੀਫਿਕੇਸ਼ਨ ਹੈ, ਉਹਦੇ ਪੇਜ ਦੇ ਉੱਪਰ ਜਿਹੜੇ ਡੇਟ ਪਾਈ ਹੁੰਦੀ ਹੈ ਬੱਚੇ, ਦੋ ਡੇਟਸ ਹੁੰਦੀਆਂ ਨੇਗੀਆਂ। ਇੱਕ ਤਾਂ ਜਿਹੜੀ ਆਪਣੀ ਇੰਗਲਿਸ਼ ਕੈਲੰਡਰ ਵਾਲੀ ਡੇਟ ਹੈ, ਜਿਵੇਂ ਆਪਾਂ ਗੱਲ ਕਰੀਏ ਅੱਜ 27 ਅਗਸਤ ਹੈਗੀ। ਠੀਕ ਹੈ, ਇੱਕ ਇਹ ਡੇਟ, ਔਰ ਇੱਕ ਰਾਜੇ ਹੋਰ ਡੇਟ ਜਿਹੜੀ ਕਿ ਸ਼ਾਕਾ ਐਰਾ ਦੀ ਡੇਟ। ਠੀਕ ਹੈ, ਸ਼ਾਕਾ ਐਰਾ, ਤਾਂ ਸ਼ਾਕਾ ਐਰਾ ਦੀ ਡੇਟ ਵੀ ਆਪਣੇ ਸਰਕਾਰ ਜਿਹੜੀ ਓਫੀਸ਼ੀਅਲੀ ਯੂਜ਼ ਕਰਦੀ ਹੈ ਆਪਣੇ ਕੈਲੰਡਰ ਦੇ ਵਿੱਚ। ਠੀਕ ਹੈ, ਤਾਂ ਆਪਣਾ ਜਿਹੜਾ ਇੰਡੀਅਨ ਨੈਸ਼ਨਲ ਕੈਲੰਡਰ ਹੈ ਉਹਨੂੰ ਸ਼ਾਕਾ ਐਰਾ ਵੀ ਕਹਿ ਦਿੰਦੇ ਨੇ। ਠੀਕ ਹੈ, ਬੇਸਿਕਲੀ ਬੱਚੇ ਜਿਹੜਾ ਕਨਿਸ਼ਕ ਰਾਜਾ ਸੀ, ਕਨਿਸ਼ਕ ਸੀ ਜਿਹੜਾ, ਤਾਂ ਇਸ ਰਾਜਾ ਨੇ ਅੱਜ ਸਟਾਰਟ ਕੀਤਾ ਸੀ, ਸੈਂਟਰਲ ਏਸ਼ੀਆ ਤੋਂ ਆਏ ਸੀ ਕਨਿਸ਼ਕ। ਠੀਕ ਹੈ, ਤਾਂ 78 ਏਡੀ ਦੇ ਵਿੱਚ ਜਿਹੜਾ ਸਟਾਰਟ ਹੋਇਆ ਸੀ ਬੱਚੇ, 78 ਏਡੀ ਦੇ ਵਿੱਚ ਸ਼ਾਕਾ ਐਰਾ ਸਟਾਰਟ ਹੋਇਆ ਸੀ ਵਿਦ ਕਨਿਸ਼ਕ ਨੇ ਸਟਾਰਟ ਕੀਤਾ ਸੀਗਾ ਜੀ। ਠੀਕ ਹੈ, ਚਲੋ ਤਾਂ ਆਪਣਾ ਆਨਸਰ ਆਏਗਾ ਜੀ ਬੀ, ਸ਼ਾਕਾ ਐਰਾ। ਸੈਕਿੰਡ ਬੱਚੇ, ਇੰਡੀਅਨ ਲੈਜਿਸਲੇਚਰ ਵਾਸ ਮੇਡ ਬਾਈ ਕੈਮਰਲ ਮਤਲਬ ਦੋ ਹਾਊਸਿਸ ਹੋਣੇ। ਜਿਵੇਂ ਅੱਜ ਆਪਾਂ ਦੇਖਦੇ ਹਾਂ ਲੋਕ ਸਭਾ ਅਤੇ ਰਾਜ ਸਭਾ, ਆਪਣੇ ਪਾਰਲੀਮੈਂਟ ਦੇ ਦੋ ਹਾਊਸਿਸ ਨੇ, ਤਾਂ ਉਸੇ ਤਰ੍ਹਾਂ ਅੰਗਰੇਜ਼ ਸਰਕਾਰ ਦੇ ਅੰਤਰਗਤ ਪਹਿਲੀ ਵਾਰੀ ਆਪਣੇ ਦੇਸ਼ ਦੇ ਵਿੱਚ ਡਬਲ ਹਾਊਸਿਸ ਕਦੋਂ ਆਏ, ਯਾਨੀ ਕਿ ਬਾਈ ਕੈਮਰਲਿਜ਼ਮ ਕਦੋਂ ਆਈ। ਤਾਂ ਆਨਸਰ ਆਏਗਾ ਬੱਚੇ ਸੀ, ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਅੰਤਰਗਤ। ਠੀਕ ਹੈ, ਇਹ ਵਾਲਾ ਜਿਹੜਾ ਐਕਟ ਸੀ ਇਹਦੇ ਅੰਤਰਗਤ ਆਪਣੇ ਲੈਜਿਸਲੇਚਰ ਦੇ ਵਿੱਚ ਸੈਂਟਰਲ ਲੈਵਲ 'ਤੇ ਫੈਡਰਲ ਲੈਵਲ 'ਤੇ ਦੋ ਹਾਊਸਿਸ ਬਣੇ ਸੀਗੇ। ਠੀਕ ਹੈ ਜੀ, ਇੰਕਲੂਡਿੰਗ ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਤਾਂ ਦੋ ਹਾਊਸਿਸ ਬਣੇ ਸੀ ਆਪਣੇ, ਇੱਕ ਅਪਰ ਹਾਊਸ ਇੱਕ ਲੋਅਰ ਹਾਊਸ। ਠੀਕ ਹੈ ਜੀ, ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਅੰਡਰ। ਸੀ ਬੱਚੇ ਥਰਡ ਕੁਐਸਚਨ, ਵਿਚ ਇਜ਼ ਦ ਲਾਸਟ ਰੇਲਵੇ ਸਟੇਸ਼ਨ ਇਨ ਇੰਡੀਆ ਸਾਈਡ ਬਿਟਵੀਨ ਅੰਮ੍ਰਿਤਸਰ ਐਂਡ ਲਾਹੌਰ। ਅੰਮ੍ਰਿਤਸਰ ਅਤੇ ਲਾਹੌਰ ਦੇ ਵਿੱਚ ਜਿਹੜਾ ਲਾਸਟ ਰੇਲਵੇ ਸਟੇਸ਼ਨ ਰਹਿ ਜਾਂਦਾ ਹੈ ਇੰਡੀਅਨ ਸਾਈਡ ਦੇ ਉੱਪਰ। ਠੀਕ ਹੈ, ਦੇਖੋ ਆਪਾਂ ਗੱਲ ਕਰਦੇ ਹਾਂ, ਇਹ ਆਪਣੀ ਇੰਡੀਅਨ ਸਾਈਡ ਰਹਿ ਜਾਂਦੀ ਹੈ ਬੱਚੇ। ਠੀਕ ਹੈ, ਇੰਡੀਅਨ ਸਾਈਡ ਦੇ ਵਿੱਚ ਇਹ ਆਪਾਂ ਮੰਨ ਕੇ ਚੱਲੀਏ ਅੰਮ੍ਰਿਤਸਰ, ਆ ਬੋਰਡਰ ਹੈਗਾ ਆਪਣਾ ਪਾਕਿਸਤਾਨ, ਇੰਡੀਆ ਪਾਕਿਸਤਾਨ ਦਾ, ਤਾਂ ਇੱਕ ਸਾਈਡ ਦੇ ਵਿੱਚ ਅੰਮ੍ਰਿਤਸਰ ਹੈਗਾ ਔਰ ਦੂਸਰੀ ਸਾਈਡ 'ਤੇ ਲਾਹੌਰ ਹੈਗਾ। ਠੀਕ ਹੈ, ਲਾਹੌਰ ਹੈ, ਤਾਂ ਬੇਸਿਕਲੀ ਜੋ ਇਸ ਰੀਜਨ ਦੇ ਵਿੱਚ ਰਹਿ ਜਾਂਦਾ ਹੈ, ਅੰਮ੍ਰਿਤਸਰ ਤਾਂ ਬਹੁਤ ਵੱਡਾ ਸ਼ਹਿਰ ਹੋ ਗਿਆ, ਤਾਂ ਉਦੋਂ ਬਾਅਦ ਜਿਹੜਾ ਇੱਕ ਹੋਰ ਰੇਲਵੇ ਸਟੇਸ਼ਨ ਆਉਂਦਾ ਹੈ ਜਸਟ ਪਾਕਿਸਤਾਨ ਤੋਂ ਐਂਟਰ ਹੋਣ ਤੋਂ ਪਹਿਲਾਂ, ਤਾਂ ਉਹਦਾ ਨਾਮ ਹੈ ਬੱਚੇ ਅਟਾਰੀ ਰੇਲਵੇ ਸਟੇਸ਼ਨ। ਅਟਾਰੀ ਤੁਸੀਂ ਰਾਜੇ ਮੂਵੀਜ਼ ਵਗੈਰਾ ਵਿੱਚ ਬਿਲਕੁਲ ਦੇਖਿਆ ਹੋਣਾ, ਜਾਂ ਤੁਸੀਂ ਅਗਰ ਵਿਜ਼ਿਟ ਕੀਤਾ ਹੋਇਆ ਤਾਂ ਤੁਹਾਨੂੰ ਬਖੂਬੀ ਪਤਾ ਹੋਣਾ ਕਿ ਲਾਸਟ ਜਿਹੜਾ ਸਟੇਸ਼ਨ ਹੈ ਉਹ ਅਟਾਰੀ ਰੇਲਵੇ ਸਟੇਸ਼ਨ ਹੈਗਾ। ਠੀਕ ਹੈ ਜੀ, ਵਾਹਗਾ ਜਿਹੜਾ ਉਹ ਬੋਰਡਰ ਹੈ ਬੱਚੇ। ਠੀਕ ਹੈ, ਜਿਹੜਾ ਆਪਣਾ ਲੈਂਡ ਬੋਰਡਰ ਆ ਜਾਂਦਾ ਹੈ, ਜੋ ਰੇਲਵੇ ਸਟੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਅਟਾਰੀ ਰੇਲਵੇ ਸਟੇਸ਼ਨ ਹੈਗਾ। ਠੀਕ ਹੈ, ਤਾਂ ਵਾਹਗਾ ਅਤੇ ਅਟਾਰੀ ਦੇ ਵਿੱਚ ਕਨਫਿਊਜ਼ਨ ਹੋਣੀ ਚਾਹੀਦੀ ਸੀਗੀ, ਤਾਂ ਇਹਦੇ ਵਿੱਚ ਆਪਾਂ ਅਟਾਰੀ ਮਾਰਕ ਕਰਾਂਗੇ। ਫੋਰਥ ਕੁਐਸਚਨ ਬੱਚੇ, ਵਿਚ ਰੀਵਰ ਸੈਪਰੇਟਸ ਮਾਲਵਾ ਐਂਡ ਦੁਆਬਾ। ਤਾਂ ਰਾਜੇ ਈਜ਼ੀ ਕੁਐਸਚਨ ਹੈ ਬੇਸਿਕਲੀ। ਠੀਕ ਹੈ, ਜੇ ਆਪਣਾ ਪੰਜਾਬ ਹੈ ਬੱਚੇ, ਤਾਂ ਪੰਜਾਬ ਦੇ ਵਿੱਚ ਸਤਲੁਜ ਇੱਦਾਂ ਫਲੋ ਕਰ ਰਹੀ ਹੈ ਬੱਚੇ, ਉੱਪਰੋਂ ਬਿਆਸ ਹੋ ਰਹੀ ਹੈ, ਇੱਧਰ ਰਾਵੀ ਆ ਰਹੀ ਹੈ ਬੱਚੇ, ਤਾਂ ਇਹ ਵਾਲਾ ਦੁਆਬਾ ਰੀਜਨ ਹੈ, ਇਹ ਵਾਲਾ ਆਪਣਾ ਮਾਲਵਾ ਰੀਜਨ ਹੈ। ਤਾਂ ਓਬਵੀਅਸਲੀ ਗੱਲ ਹੈ, ਦੁਆਬਾ ਅਤੇ ਮਾਲਵਾ ਨੂੰ ਸਤਲੁਜ ਜਿਹੜੀ ਰੀਵਰ ਹੈ ਉਹ ਡਿਵਾਈਡ ਕਰ ਰਹੀ ਹੈ, ਸੈਪਰੇਟ ਕਰ ਰਹੀ ਹੈ, ਤਾਂ ਆਪਣਾ ਆਨਸਰ ਆਏਗਾ ਜੀ ਸੀ, ਸਤਲੁਜ। ਠੀਕ ਹੈ ਜੀ, ਦੁਆਬਾ ਅਤੇ ਮਾਲਵਾ ਨੂੰ ਸਤਲੁਜ ਰੀਵਰ ਜਿਹੜੀ ਕਿ ਸੈਪਰੇਟ ਕਰਦੀ ਹੈ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਡਜ਼ ਨਾਟ ਕਮ ਅੰਡਰ ਇਕਨੋਮਿਕ ਇਨਫਰਾਸਟਰਕਚਰ। ਇਕਨੋਮਿਕ ਇਨਫਰਾਸਟਰਕਚਰ ਦੇ ਅੰਤਰਗਤ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨਹੀਂ ਆਉਂਦੀ। ਦੇਖੋ ਰੋਡਸ ਬਿਲਕੁਲ ਹੈਗੀ ਹੈ ਜੀ, ਰੇਲਵੇਜ਼ ਬਿਲਕੁਲ ਹੈਗੀ ਜੀ, ਤਾਂ ਹੁਣ ਕਨਫਿਊਜ਼ਨ ਪਾਵਰ ਅਤੇ ਐਜੂਕੇਸ਼ਨ ਦੇ ਵਿੱਚ ਹੋਣਾ ਚਾਹੀਦਾ ਸੀ ਬੱਚੇ। ਠੀਕ ਹੈ, ਤਾਂ ਦੇਖੋ ਕਨਫਿਊਜ਼ਨ ਜ਼ਿਆਦਾ ਨਹੀਂ ਹੋਣੀ ਚਾਹੀਦੀ ਸੀ। ਉਹਦਾ ਰੀਜ਼ਨ ਕੀ ਹੈ, ਦੇਖੋ ਐਜੂਕੇਸ਼ਨ ਕੋਈ ਇਨਫਰਾਸਟਰਕਚਰ ਨਹੀਂ ਹੈਗਾ। ਅਗਰ ਮੈਂ ਗੱਲ ਕਰਾਂ ਸਕੂਲ ਦੀ ਬੱਚੇ, ਤਾਂ ਸਕੂਲ ਬਿਲਕੁਲ ਇਨਫਰਾਸਟਰਕਚਰ ਹੈਗਾ। ਹੈਲਥ ਕੋਈ ਇਨਫਰਾਸਟਰਕਚਰ ਨਹੀਂ ਹੈਗਾ। ਅਗਰ ਗੱਲ ਕਰਾਂ ਮੈਂ ਹੌਸਪੀਟਲ ਦੀ, ਤਾਂ ਹੌਸਪੀਟਲ ਬਿਲਕੁਲ ਇਨਫਰਾਸਟਰਕਚਰ ਹੈਗਾ। ਠੀਕ ਹੈ, ਤਾਂ ਇਹਨਾਂ ਦੇ ਵਿੱਚੋਂ ਜਿਹੜਾ ਡੀ ਆਪਸ਼ਨ ਹੈ ਉਹ ਇਨਫਰਾਸਟਰਕਚਰ ਦਾ ਐਜ਼ ਸਚ ਪਾਰਟ ਨਹੀਂ ਹੈਗਾ। ਠੀਕ ਹੈ, ਬਾਕੀ ਤਿੰਨੇ ਈਵਨ ਪਾਵਰ ਵੀ ਆਪਣੇ ਜਿਹੜਾ ਪਾਵਰ ਇਨਫਰਾਸਟਰਕਚਰ ਆਪਾਂ ਗੱਲ ਕਰਦੇ ਹਾਂ, ਕੋਈ ਵੀ ਗ੍ਰਿਡ ਹੈ ਜਾਂ ਕੁਝ ਵੀ ਹੈ, ਉਹ ਸਾਰਾ ਇਹਦੇ ਵਿੱਚ ਹੀ ਆ ਜਾਊਗਾ। ਠੀਕ ਹੈ, ਪਾਵਰ ਇਨਫਰਾਸਟਰਕਚਰ ਦੇ ਵਿੱਚ, ਬਟ ਐਜੂਕੇਸ਼ਨ ਐਜ਼ ਸਚ ਕੋਈ ਇਨਫਰਾਸਟਰਕਚਰ ਨਹੀਂ ਹੈਗਾ। ਸਕੂਲ ਇਨਫਰਾਸਟਰਕਚਰ ਬਿਲਕੁਲ ਹੈਗਾ। ਠੀਕ ਹੈ, ਆਪਣਾ ਆਨਸਰ ਡੀ ਆਏਗਾ ਜੀ। ਨੈਕਸਟ ਕੁਐਸਚਨ ਬੱਚੇ, ਹੂ ਵਾਜ਼ ਇੰਡੀਆਜ਼ ਫਰਸਟ ਇੰਡੀਅਨ ਵਿਮਨ ਅੰਬੈਸਡਰ। ਭਾਰਤ ਦੀ ਪਹਿਲੀ ਜਿਹੜੀ ਮਹਿਲਾ ਅੰਬੈਸਡਰ ਰਾਜਦੂਤ ਕੌਣ ਸੀਗੇ। ਠੀਕ ਹੈ, ਤਾਂ ਪਹਿਲੇ ਕੌਣ ਸੀ ਬੱਚੇ, ਦੇਖੋ ਫੈਕਚੁਅਲ ਕੁਐਸਚਨ ਹੈ, ਅਗਰ ਪਤਾ ਤਾਂ ਪਤਾ, ਨਹੀਂ ਪਤਾ ਤਾਂ ਨਾ ਸੀ। ਠੀਕ ਹੈ, ਇਹਦੇ ਵਿੱਚ ਕੋਈ ਆਪਾਂ ਸਮਝਣ ਵਾਲੀ ਕੋਈ ਚੀਜ਼ ਨਹੀਂ ਹੈਗੀ। ਠੀਕ ਹੈ, ਤਾਂ ਆਨਸਰ ਡੀ ਆਏਗਾ ਬਿਲਕੁਲ, ਸੀ ਬੀ ਮੁਥੰਮਾ। ਠੀਕ ਹੈ, ਸੀ ਬੀ ਮੁਥੰਮਾ ਕਰਕੇ ਮੈਡਮ ਸੀਗੇ, ਤਾਂ ਇੰਡੀਆ ਦੇ ਪਹਿਲੇ ਅੰਬੈਸਡਰ ਸੀ ਜਿਹੜੇ ਕਿ ਵਿਮਨ ਸੀਗੇ। ਈਵਨ ਪਹਿਲੀ ਲੇਡੀ ਸੀਗੇ ਜਿਹੜੇ ਕਿ 1948 ਦੇ ਵਿੱਚ ਇਹਨਾਂ ਨੇ UPSC ਜਿਹੜਾ ਸਿਵਲ ਸਰਵਿਸ ਐਗਜ਼ਾਮ ਹੈ ਉਹ ਕਲੀਅਰ ਕੀਤਾ ਸੀਗਾ। ਠੀਕ ਹੈ, ਔਰ ਇੰਡੀਅਨ ਫੋਰਨ ਸਰਵਿਸ ਦੇ ਵਿੱਚ ਆਪਣਾ ਸਰਵਿਸ ਨਿਭਾਈ ਸੀਗੀ। ਠੀਕ ਹੈ, ਤਾਂ ਪਹਿਲੇ ਜਿਹੜੇ ਅੰਬੈਸਡਰ ਸੀ ਆਪਣੇ ਸੀ ਬੀ ਮੁਥੰਮਾ ਮੈਡਮ ਸੀਗੇ। ਨੈਕਸਟ ਕੁਐਸਚਨ, ਹੂ ਅਮੰਗ ਦ ਫੋਲੋਇੰਗ ਹੈਜ਼ ਦ ਰਾਈਟ ਟੂ ਸੀਕ ਐਡਵਾਈਜ਼ਰੀ ਓਪੀਨੀਅਨ। ਠੀਕ ਹੈ, ਦੇਖੋ ਪੋਲਿਟੀ ਦੇ ਵਿੱਚ ਕੁਐਸਚਨ ਹੈ, ਦੇਖੋ ਮੈਕਸਿਮਮ ਪੇਪਰ ਦੇ ਵਿੱਚੋਂ ਜ਼ਿਆਦਾਤਰ ਜਿਹੜਾ ਸਟੈਟਿਕ ਦੇ ਵਿੱਚੋਂ ਪੁੱਛਿਆ ਗਿਆ ਉਹ ਪੋਲਿਟੀ ਦੇ ਵਿੱਚੋਂ ਹੀ ਪੁੱਛਿਆ ਗਿਆ। ਠੀਕ ਹੈ, ਇਸ ਐਗਜ਼ਾਮ ਦੇ ਵਿੱਚ ਜ਼ਿਆਦਾਤਰ ਪੋਲਿਟੀ ਦੇ ਹੀ ਕੁਐਸਚਨ ਆਏ ਨੇ, ਤਾਂ ਆਪਾਂ ਦੇਖਾਂਗੇ।
ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ ਬੇਸਿਕਲੀ। ਤਾਂ ਕੁਐਸਚਨ ਕੀ ਕਹਿ ਰਿਹਾ ਜੀ, ਅਗੇਨ ਦੇਖ ਲੈਣਾ ਆਪਾਂ। Who among the following has right to seek advisory opinion of the Supreme Court? ਇਹਨਾਂ ਦੇ ਵਿੱਚੋਂ ਕੌਣ ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ ਹੈਗਾ, ਠੀਕ ਹੈ। ਤਾਂ ਇਹਦਾ ਆਨਸਰ ਬਿਲਕੁਲ ਈਜ਼ੀ ਹੈ ਰਾਜੇ, ਬੀ ਆਏਗਾ ਪ੍ਰੈਜ਼ੀਡੈਂਟ, ਅੰਡਰ ਆਰਟੀਕਲ 143। ਤਾਂ ਕਲਾਸ ਦੇ ਵਿੱਚ ਰਾਜੇ ਬਹੁਤ ਅੱਛੀ ਤਰ੍ਹਾਂ ਪੜ੍ਹਦੇ ਹੁੰਦੇ ਆਪਾਂ ਇਹ ਵਾਲਾ ਆਰਟੀਕਲ, ਕਿ ਆਰਟੀਕਲ 143 ਦੇ ਅੰਤਰਗਤ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ ਹੁੰਦਾ ਹੈਗਾ, ਠੀਕ ਹੈ ਜੀ। ਇਹ ਚੀਜ਼ ਦਾ ਆਪਣਾ ਆਨਸਰ ਬੀ ਆਏਗਾ। Who was the advisor of drafting committee of constituent assembly? ਉਹ ਅਸੈਂਬਲੀ ਜਿਹਨੇ ਸਾਡਾ ਸੰਵਿਧਾਨ ਬਣਾਇਆ ਸੀ, ਕਨਸਟੀਟਿਊਸ਼ਨ ਆਫ ਇੰਡੀਆ ਬਣਾਇਆ ਸੀ, ਉਸ ਅਸੈਂਬਲੀ ਦਾ ਇੱਕ ਐਡਵਾਈਜ਼ਰ ਸੀ ਬੱਚੇ ਡਰਾਫਟਿੰਗ ਕਮੇਟੀ ਦਾ, ਠੀਕ ਹੈ। ਤਾਂ ਉਹਦਾ ਆਨਸਰ ਬਿਲਕੁਲ ਈਜ਼ੀ ਹੈ ਰਾਜੇ, ਬੀ ਆਊਗਾ, ਬੀ ਐਨ ਰਾਓ, ਠੀਕ ਹੈ, ਬੀ ਐਨ ਰਾਓ। Who was the advisor to drafting committee of constituent assembly? ਤਾਂ ਆਪਣਾ ਆਨਸਰ ਆਏਗਾ ਜੀ ਬੀ, ਠੀਕ ਹੈ। ਇਹ ਵੀ ਦੇਖੋ ਨਾਰਮਲ ਬੁੱਕਸ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਆਰਾਮ ਨਾਲ, ਇਹ ਵੀ ਅਗੇਨ ਪੋਲਿਟੀ ਦੇ ਵਿੱਚੋਂ ਹੀ ਸੀਗਾ। ਵਿਚ ਦ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਡਿਊਟੀਜ਼ ਆਫ ਸੀਐਮ, ਠੀਕ ਹੈ ਜੀ। ਦੇਖੋ ਥੋੜ੍ਹਾ ਜਿਹਾ ਟਿਪੀਕਲ ਕੁਐਸਚਨ ਹੈ ਇਹ, ਆਮ ਆਪਾਂ ਨੂੰ ਬੁੱਕਸ ਦੇ ਵਿੱਚ ਨਹੀਂ ਮਿਲਦਾ ਇਹ ਚੀਜ਼ਾਂ, ਠੀਕ ਹੈ। ਔਰ ਕੋਈ ਬਹੁਤ ਜ਼ਿਆਦਾ ਵਧੀਆ ਕੁਐਸਚਨ ਵੀ ਨਹੀਂ ਬਣਾਇਆ ਗਿਆ ਮੇਰੇ ਹਿਸਾਬ ਨਾਲ। ਦੇਖੋ ਮੈਂ ਤੁਹਾਨੂੰ ਦੱਸਦਾ ਕਿਵੇਂ। ਦੇਖੋ ਆਰਟੀਕਲ 163 ਪਹਿਲਾਂ ਐਲੀਮੀਨੇਟ ਕਰ ਦਾਂਗੇ ਆਪਾਂ। ਅਗਰ ਪੋਲਿਟੀ ਰਾਜੀ ਤੁਸੀਂ ਠੀਕ ਠਾਕ ਪੜ੍ਹੀ ਹੋਈ ਹੈ ਤਾਂ ਤੁਹਾਨੂੰ ਪਤਾ ਹੋਊਗਾ ਆਰਟੀਕਲ 74 ਇਜ਼ ਐਨਾਲੋਜਸ ਟੂ ਆਰਟੀਕਲ 163। ਸੈਂਟਰ ਦੇ ਵਿੱਚ ਜੋ ਚੀਜ਼ ਆਰਟੀਕਲ 74 ਕਹਿ ਰਿਹਾ ਹੈਗਾ, ਉਹੀ ਸਟੇਟ ਦੇ ਵਿੱਚ 163 ਕਹਿ ਰਿਹਾ। ਆਪਾਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਕਿ 89 ਦਾ ਡਿਫਰੈਂਸ ਹੁੰਦਾ ਬੱਚੇ, 89 ਦਾ ਡਿਫਰੈਂਸ, ਠੀਕ ਹੈ। ਤਾਂ ਆਰਟੀਕਲ 74 ਕੀ ਕਹਿੰਦਾ ਹੈ ਕਿ ਪ੍ਰੈਜ਼ੀਡੈਂਟ ਉਹੀ ਕੰਮ ਕਰਨਗੇ ਜੋ ਉਹਨਾਂ ਨੂੰ ਕਾਊਂਸਲ ਆਫ ਮਿਨਿਸਟਰ ਕਹੇਗੀ, ਐਡਵਾਈਸ ਕਰੇਗੀ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਉਹੀ ਕੰਮ ਕਰਨਗੇ ਜੋ ਉਹਨਾਂ ਨੂੰ ਮੰਤਰੀ ਮੰਡਲ ਕਹੇਗਾ, ਠੀਕ ਹੈ। ਤਾਂ 163 ਦੇ ਵਿੱਚ ਵੀ ਕੋਈ ਸੀਐਮ ਦੀ ਪਾਵਰ ਦੀ ਗੱਲ ਨਹੀਂ ਹੈਗੀ, ਠੀਕ ਹੈ। 165 ਬੱਚੇ ਕਿਹਾ ਦਾ ਐਡਵੋਕੇਟ ਜਨਰਲ ਦਾ ਆਰਟੀਕਲ ਹੈਗਾ, ਠੀਕ ਹੈ। ਤਾਂ ਇਹ ਦੋਨੋਂ ਆਰਟੀਕਲ ਦਾ ਆਪਾਂ ਇੱਦਾਂ ਹੀ ਐਲੀਮੀਨੇਟ ਕਰ ਸਕਦੇ ਸੀਗੇ। ਹੁਣ ਕਨਫਿਊਜ਼ਨ ਰਹਿ ਜਾਂਦੇ ਬੱਚੇ 167 ਅਤੇ 166 ਦੇ ਵਿੱਚ, ਠੀਕ ਹੈ। ਦੇਖੋ ਹੁਣ ਇਹਦੇ ਵਿੱਚ ਜਾਂ ਤਾਂ ਦੇਖੋ ਗੈਸ ਵਰਕ ਕਰਨਾ ਪੈਂਦਾ, ਕਿਉਂਕਿ ਆਮ ਬੁੱਕਸ ਦੇ ਵਿੱਚ ਇਹੀ ਦੋਨੋਂ ਚੀਜ਼ਾਂ ਤਾਂ ਮਿਲ ਜਾਂਦੀਆਂ ਨੇਗੀਆਂ, ਬਟ ਆਹ ਦੋਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਮਿਲਦਾ ਹੈਗਾ, ਠੀਕ ਹੈ। ਤਾਂ ਇੱਥੇ ਜਾਂ ਤਾਂ ਤੁੱਕਾ ਮਾਰਨਾ ਸੀ ਆਪਣੇ, ਜਾਂ ਥੋੜ੍ਹਾ ਜਿਹਾ ਆਪਾਂ ਨੇ ਇੰਟੈਲੀਜੈਂਟ ਗੈਸ ਲਗਾਉਣਾ ਸੀ, ਤਾਂ ਉਹਦੇ ਵਿੱਚੋਂ ਆਪਣਾ 167 ਆਏਗਾ। ਇਹਦੇ ਵਿੱਚ ਬੇਸਿਕਲੀ ਕੀ ਹੈ ਬੱਚੇ, ਆਪਾਂ ਅਗਰ ਗੱਲ ਕਰੀਏ ਤਾਂ 78 ਆਰਟੀਕਲ 78 ਦੇ ਵਿੱਚ ਕੀ ਹੈ ਬੱਚੇ, ਕਿ ਜਿਹੜਾ ਪ੍ਰਧਾਨ ਮੰਤਰੀ ਹੈ ਉਹਦੀਆਂ ਡਿਊਟੀਜ਼ ਨੇਗੀਆਂ ਵੀ ਪ੍ਰੈਜ਼ੀਡੈਂਟ ਨੂੰ ਕਮਿਊਨੀਕੇਟ ਕਰਦਾ ਰਹੇ। ਪ੍ਰੈਜ਼ੀਡੈਂਟ ਨੂੰ ਹਰ ਸਰਕਾਰ ਦੇ ਵਿੱਚ ਜੋ ਵੀ ਕੰਮ ਹੋ ਰਿਹਾ ਹੈ, ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੂੰ ਉਹਦੇ ਬਾਰੇ ਇਤਲਾ ਕਰਦਾ ਰਹੇ, ਠੀਕ ਹੈ, ਕਮਿਊਨੀਕੇਟ ਕਰਦਾ ਰਹੇ। ਤਾਂ ਹੁਣ ਆਰਟੀਕਲ 78 ਇਜ਼ ਐਨਾਲੋਜਸ ਟੂ ਕੀ ਹੈ ਬੱਚੇ, ਆਰਟੀਕਲ 167, ਠੀਕ ਹੈ। ਤਾਂ ਆਪਣਾ ਆਨਸਰ ਡੈਫੀਨਿਟਲੀ 167 ਹੀ ਆਉਣਾ ਸੀਗਾ ਇਹਦੇ ਵਿੱਚ, ਠੀਕ ਹੈ। ਇਹਦੇ ਵਿੱਚ ਮੁੱਖ ਮੰਤਰੀ ਦੀਆਂ ਡਿਊਟੀਜ਼ ਨੇਗੀਆਂ ਕਿ ਉਹ ਟਾਈਮ ਟੂ ਟਾਈਮ ਗਵਰਨਰ ਨੂੰ ਆਪਣਾ ਜਿਹੜਾ ਕੀ ਹੈ ਕਮਿਊਨੀਕੇਸ਼ਨ ਦਿੰਦਾ ਰਹੇ ਕਿ ਸਟੇਟ ਦੇ ਵਿੱਚ ਅਸੀਂ ਸਰਕਾਰ ਕੀ ਕਰਨ ਜਾ ਰਹੀ ਹੈਗੀ, ਠੀਕ ਹੈ। ਤਾਂ ਗਵਰਨਰ ਨੂੰ ਟਾਈਮ ਟੂ ਟਾਈਮ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਅੰਡਰ ਆਰਟੀਕਲ 167। ਇਹ ਡਿਊਟੀ ਹੈ ਜੀ ਕਾਹਦੀ, ਸੀਐਮ ਦੀ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ, ਹੂ ਪਲੇਡ ਦਾ ਫੀਮੇਲ ਲੀਡ ਰੋਲ ਇਨ ਫਿਲਮ ਬੈਂਡਿਡ ਕੁਈਨ? ਦੇਖੋ ਬੈਂਡਿਡ ਕੁਈਨ ਰਾਜੇ ਪਤਾ ਆਪਾਂ ਨੂੰ ਰੀਅਲ ਲਾਈਫ 'ਤੇ ਬਣੀ ਹੋਈ ਹੈ, ਜਿਹੜੀ ਕਿ ਫੂਲਨ ਦੇਵੀ ਇੱਕ ਡਾਕੂ ਸੀਗੀ, ਠੀਕ ਹੈ, ਫੂਲਨ ਦੇਵੀ। ਤਾਂ ਉਹਦੀ ਲਾਈਫ 'ਤੇ ਇਹ ਮੂਵੀ ਬਣੀ ਹੋਈ ਹੈ ਬੱਚੇ ਬੈਂਡਿਡ ਕੁਈਨ। ਤਾਂ ਕਾਫੀ ਪੁਰਾਣੀ ਮੂਵੀ ਹੈ, ਕੋਈ ਕਰੰਟ ਅਫੇਅਰ ਦਾ ਕੁਐਸਚਨ ਨਹੀਂ ਹੈਗਾ ਇਹ, ਠੀਕ ਹੈ। ਤਾਂ ਸਟੈਟਿਕ ਦਾ ਹੀ ਕੁਐਸਚਨ ਹੈ ਬੇਸਿਕਲੀ। ਤਾਂ ਇਹਦੇ ਵਿੱਚੋਂ ਦੇਖੋ ਅਗੇਨ ਆਪਾਂ ਐਲੀਮੀਨੇਸ਼ਨ ਕਰਨੀ ਹੈ ਬੱਚੇ। ਪਹਿਲੀ ਗੱਲ ਤਾਂ ਸ਼ਬਾਨਾ ਆਜ਼ਮੀ ਰਾਜੇ ਆਪਾਂ ਬਿਲਕੁਲ ਹੀ ਐਲੀਮੀਨੇਟ ਕਰ ਦਾਂਗੇ ਆਪਾਂ, ਠੀਕ ਹੈ। ਤਾਂ ਅਗਰ ਤੁਸੀਂ ਇਸ ਫੂਲਨ ਦੇਵੀ ਵਾਲੀ ਮੂਵੀ ਦਾ ਥੋੜ੍ਹਾ ਬਹੁਤਾ ਕੋਈ ਕਲਿੱਪ ਦੇਖਿਆ ਹੋਏਗਾ ਤਾਂ ਰਾਜੇ ਤੁਸੀਂ ਬਿਲਕੁਲ ਹੀ ਜਿਹੜੇ ਨਾਮ ਨੇ ਐਲੀਮੀਨੇਟ ਕਰ ਪਾਓਗੇ, ਠੀਕ ਹੈ। ਕਿਉਂਕਿ ਦੇਖੋ ਉਸ ਲੇਡੀ ਨੂੰ ਦੇਖਣ ਤੋਂ ਆਪਾਂ ਨੂੰ ਉਸ ਨਾਮ ਜਿਹੜਾ ਜੱਜਮੈਂਟ ਹੋ ਜਾਂਦੀ ਹੈਗੀ, ਠੀਕ ਹੈ। ਗਾਂਗੁਲੀ ਵੀ ਨਹੀਂ ਆ ਸਕਦਾ ਬੱਚੇ, ਆਪਾਂ ਨੂੰ ਲੱਗਦਾ ਵੀ ਬੰਗਾਲੀ ਵਾਲੀ ਕੋਈ ਚੀਜ਼ ਹੈ, ਤਾਂ ਉੱਦਾਂ ਦੀ ਵੀ ਨਹੀਂ ਹੈਗੀ ਉਹ ਮੈਡਮ, ਠੀਕ ਹੈ। ਪ੍ਰਤਿਭਾ ਸਿਨਹਾ ਇੱਦਾਂ ਦਾ ਵੀ ਕੋਈ ਨਾਮ ਨਹੀਂ ਲੱਗਦਾ। ਤਾਂ ਅਗਰ ਆਪਾਂ ਵਾਈਲਡ ਗੈਸ ਵੀ ਲਗਾਵਾਂਗੇ ਤਾਂ ਵੀ ਆਪਾਂ ਕਿਤੇ ਨਾ ਕਿਤੇ ਆਨਸਰ 'ਤੇ ਪਹੁੰਚ ਸਕਦੇ ਸੀ। ਉਹਦਾ ਆਨਸਰ ਬਿਲਕੁਲ ਬੀ ਹੀ ਆਏਗਾ, ਸੀਮਾ ਬਿਸਵਾਸ, ਠੀਕ ਹੈ, ਸੀਮਾ ਬਿਸਵਾਸ ਆਏਗਾ ਜੀ। ਇਹਨਾਂ ਨੇ ਜਿਹੜਾ ਫੂਲਨ ਦੇਵੀ ਦਾ ਰੋਲ ਹੈ ਪਲੇ ਕੀਤਾ ਹੈਗਾ ਇਸ ਮੂਵੀ ਦੇ ਵਿੱਚ। ਨੈਕਸਟ ਕੁਐਸਚਨ, ਇਨ ਵਿਚ ਈਅਰ ਪੰਜਾਬ ਗਵਰਨਮੈਂਟ ਇਸ਼ੂਡ ਨੋਟੀਫਿਕੇਸ਼ਨ ਟੂ ਇੰਪਲੀਮੈਂਟ ਸੁਪਰ ਸਟ੍ਰੋ ਮੈਨੇਜਮੈਂਟ ਸਿਸਟਮ? ਦੇਖੋ ਪਹਿਲੀ ਗੱਲ ਤਾਂ ਆਪਾਂ ਸਮਝ ਲੈਂਦੇ ਹਾਂ ਕਿ ਸਿਸਟਮ ਕੀ ਹੈਗਾ। ਬੇਸਿਕਲੀ ਦੇਖੋ ਪਰਾਲੀ ਹੁੰਦੀ ਹੈ ਆਪਣੀ, ਪੈਡੀ ਹੁੰਦਾ ਹੈ। ਜਦੋਂ ਵੀ ਪੈਡੀ ਨੂੰ ਹਾਰਵੈਸਟ ਕਰਦੇ ਬੱਚੇ ਆਪਣੀ ਕੀ ਰਹਿ ਜਾਂਦੀ ਹੈ, ਫਿਰ ਪਰਾਲੀ ਰਹਿ ਜਾਂਦੀ ਹੈ, ਆਪਾਂ ਨੂੰ ਪਤਾ, ਠੀਕ ਹੈ। ਪਰਾਲੀ ਰਹਿ ਜਾਂਦੀ ਹੁੰਦੀ ਹੈ, ਸਟ੍ਰੋ ਰਹਿ ਜਾਂਦਾ ਬੇਸਿਕਲੀ। ਤਾਂ ਆਪਾਂ ਨੂੰ ਪਤਾ ਹਰ ਸਾਲ ਨਵੰਬਰ ਅਕਤੂਬਰ ਦੇ ਵਿੱਚ ਜਦੋਂ ਕਿ ਮਤਲਬ ਦੀਵਾਲੀ ਦਾ ਟਾਈਮ ਹੁੰਦਾ, ਸਰਦੀਆਂ ਦਾ ਟਾਈਮ ਹੁੰਦਾ, ਤਾਂ ਰਾਜੇ ਜਿਹੜਾ ਕੀ ਹੈ ਸਮੋਗ ਆਪਣੀ ਹੋ ਜਾਂਦੀ ਹੈ, ਠੀਕ ਹੈ। ਦਿੱਲੀ ਦੇ ਵਿੱਚ ਜਾਂ ਪੂਰੇ ਨਾਰਥ ਇੰਡੀਆ ਦੇ ਵਿੱਚ ਧੂੰਆਂ ਹੋ ਜਾਂਦਾ, ਕਿਉਂਕਿ ਆਪਣੇ ਜਿਹੜੇ ਕਿਸਾਨ ਨੇ ਪਰਾਲੀ ਨੂੰ ਅੱਗ ਲਗਾ ਦਿੰਦੇ ਨੇ, ਠੀਕ ਹੈ। ਤਾਂ ਇਸੇ ਚੀਜ਼ ਨੂੰ ਰੋਕਣ ਵਾਸਤੇ ਵੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਇੱਕ ਨਵਾਂ ਇੰਸਟਰੂਮੈਂਟ ਇਜਾਦ ਕੀਤਾ ਗਿਆ ਸੀ, ਸੁਪਰ ਸਟ੍ਰੋ ਮੈਨੇਜਮੈਂਟ ਸਿਸਟਮ। ਉਹਦੇ ਵਿੱਚ ਕੀ ਹੈ, ਜਿਹੜਾ ਆਪਣਾ ਕੰਬਾਈਨ ਹੈ ਬੱਚੇ, ਕੰਬਾਈਨ ਹਾਰਵੈਸਟਰ ਹੈ, ਇਸ ਕੰਬਾਈਨ ਦੇ ਨਾਲ ਇੱਕ ਹੋਰ ਸਿਸਟਮ ਲੱਗ ਜਾਂਦਾ ਹੈ, ਜਿਹਦੇ ਨਾਲ ਕੀ ਹੁੰਦੀ ਹੈ, ਜਿਹੜੀ ਪਰਾਲੀ ਖੜੀ ਹੁੰਦੀ ਹੈ, ਪਰਾਲੀ ਇੱਦਾਂ ਪਰਾਲੀ ਖੜੀ ਹੈ, ਇਹ ਪਰਾਲੀ ਨੂੰ ਰਾਜੇ ਪੀਸਿਸ ਕਰਕੇ ਤੋੜ ਕੇ ਖੇਤਾਂ ਦੇ ਵਿੱਚ ਈਵਨਲੀ ਡਿਸਟਰੀਬਿਊਟ ਕਰ ਦਿੰਦਾ, ਠੀਕ ਹੈ। ਮਤਲਬ ਯੂਨੀਫਾਰਮਲੀ ਡਿਸਟਰੀਬਿਊਟ ਕਰ ਦਿੰਦਾ, ਔਰ ਪਰਾਲੀ ਜਿਹੜੀ ਕਿ ਅੱਗ ਲਾਉਣ ਦੀ ਇਹਨੂੰ ਲੋੜ ਨਹੀਂ ਪੈਂਦੀ ਹੈਗੀ, ਠੀਕ ਹੈ। ਤਾਂ ਇੱਕ ਅੱਛੀ ਚੀਜ਼ ਬਣਾਈ ਗਈ ਸੀ ਇਹ। ਇਸ ਦੇ ਨਾਲ ਬੱਚੇ ਇੱਕ ਹੈਪੀ ਸੀਡਰ ਵੀ ਤੁਸੀਂ ਨਾਮ ਸੁਣਾ ਹੋਣਾ, ਹੈਪੀ ਸੀਡਰ, ਠੀਕ ਹੈ। ਤਾਂ ਇਹ ਕਈ ਚੀਜ਼ਾਂ ਨੇ ਜੋ ਕਿ ਪਰਾਲੀ ਨੂੰ, ਜਾਂ ਫਿਰ ਆਪਾਂ ਗੱਲ ਕਰਦੇ ਹਾਂ
ਵੀ ਜਿਹੜੀ ਅੱਗ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਜਿਹੜੀ ਲੋੜ ਪੈਂਦੀ ਆ ਉਹਨੂੰ ਆਪਾਂ ਹੈਲਪ ਕਰਦੇ ਹਾਂ ਵੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਠੀਕ ਹੈ ਜੀ। ਚਲੋ ਤਾਂ ਗੱਲ ਕਰਦੇ ਹਾਂ ਕੁਐਸਚਨ ਦੀ ਜੀ ਵੀ ਕਿਹੜੇ ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਜਿਹੜੀ ਸਿਸਟਮ ਹੈ ਉਹਨੂੰ ਇੰਪਲੀਮੈਂਟ ਕੀਤਾ ਬੇਸਿਕਲੀ। ਦੇਖੋ ਕੋਈ ਜੈਨੂਇਨ ਜਿਹਾ ਆਨਸਰ, ਕੋਈ ਐਗਜ਼ੈਕਟ ਆਨਸਰ ਆਪਾਂ ਨੂੰ ਨਹੀਂ ਮਿਲ ਸਕਦਾ ਇਸ ਕੁਐਸਚਨ ਦਾ। ਠੀਕ ਹੈ, ਐਗਜ਼ੈਕਟ ਆਨਸਰ ਆਪਾਂ ਨੂੰ ਆਨਸਰ ਕੀ ਦੇ ਨਾਲ ਹੀ ਮਿਲੂਗਾ ਜਿੰਨੀ ਕਿ ਰਿਸਰਚ ਹੋਈ ਰਾਜੇ ਉਸ ਹਿਸਾਬ ਨਾਲ 2018 ਕੋਈ ਆਨਸਰ ਬਣਦਾ ਇਹਦਾ, ਇਹ ਆਨਸਰ ਬਣਦਾ 2018। ਕਿਉਂਕਿ ਅਗਰ ਗੱਲ ਕਰੀਏ ਆਪਾਂ ਤਾਂ ਕਾਫੀ ਟਾਈਮ ਤੋਂ ਪੰਜਾਬ ਸਰਕਾਰ ਇਸ ਚੀਜ਼ ਦੇ ਉੱਪਰ ਲੱਗੀ ਹੋਈ ਹੈ ਤੇ ਈਵਨ 2018 ਤੋਂ ਪਹਿਲਾਂ ਵੀ ਲੱਗੀ ਹੋਈ ਹੈ। ਬਟ ਅਗਰ ਆਪਾਂ ਗੱਲ ਕਰੀਏ ਇੰਪਲੀਮੈਂਟ ਦੀ ਤਾਂ ਇੰਪਲੀਮੈਂਟੇਸ਼ਨ 2018 ਦੇ ਵਿੱਚ ਇਹਦੀ ਕਾਫੀ ਹੋਈ ਸੀਗੀ। ਠੀਕ ਹੈ, ਇਹਦੀ ਤਾਂ ਪੋਸੀਬਲੀ ਇਹਦਾ ਆਨਸਰ 2018 ਹੋ ਸਕਦਾ ਹੈ। ਥੋੜੀ ਕਨਫਿਊਜ਼ਨ ਇਹਦੇ ਵਿੱਚ ਡੈਫੀਨਿਟਲੀ ਹੈਗੀ ਹਲੇ ਵੀ। ਠੀਕ ਹੈ, ਇਹ ਆਪਾਂ ਨੂੰ ਆਨਸਰ ਕੀ ਨਾਲ ਕਲੀਅਰ ਹੋ ਜੂਗੀ ਬਟ ਫਿਲਹਾਲ ਲਈ ਆਪਾਂ 2018 ਆਨਸਰ ਮਾਰਕ ਕਰ ਸਕਦੇ। ਚਲੋ, ਵੋਟ ਇਜ਼ ਦ ਫੁੱਲ ਫਾਰਮ ਆਫ ਨੋਟਾ ਇਨ ਇਲੈਕਸ਼ਨ ਪ੍ਰੋਸੈਸ। ਤਾਂ ਰਾਜੇ ਬੜਾ ਈਜ਼ੀ ਕੁਐਸਚਨ ਹੈ, ਨਨ ਆਫ ਦਾ ਅਬਵ। ਠੀਕ ਹੈ, ਇਹ ਆਏਗਾ ਜੀ ਨਨ ਆਫ ਦਾ ਅਬਵ, ਵੀ ਉੱਪਰ ਵਾਲੇ ਕਿਸੇ ਵੀ ਨੇਤਾ ਨੂੰ ਅਸੀਂ ਵੋਟ ਨਹੀਂ ਪਾ ਰਹੇ, ਅਸੀਂ ਨੋਟਾਂ ਨੂੰ ਵੋਟ ਪਾ ਰਹੇ ਹਾਂ। ਠੀਕ ਹੈ ਜੀ, ਤਾਂ ਨਨ ਆਫ ਦਾ ਅਬਵ। 13th question, who among the following has the power to veto the bill? ਈਜ਼ੀ ਕੁਐਸਚਨ ਹੈ ਰਾਜੇ। ਬਿੱਲ ਨੂੰ ਵੀਟੋ ਕੌਣ ਕਰਦਾ ਬੱਚੇ? ਆਬਵੀਅਸਲੀ ਗੱਲ ਹੈ ਰਾਸ਼ਟਰਪਤੀ ਕਰਦੇ ਨੇ। ਪ੍ਰੈਜ਼ੀਡੈਂਟ ਸਾਹਿਬ ਬਿੱਲ ਨੂੰ ਵੀਟੋ ਕਰ ਸਕਦੇ ਨੇ। ਠੀਕ ਹੈ, ਤਾਂ ਆਪਣਾ ਆਨਸਰ ਡੈਫੀਨਿਟਲੀ ਬੀ ਹੀ ਆਉਣਾ ਚਾਹੀਦਾ ਸੀ। ਨੈਕਸਟ ਕੁਐਸਚਨ, ਦ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਜਿਹੜੀ ਕਿ ਅਮਰੀਕਾ ਦੇ ਵਿੱਚ ਹੈਗੀ ਆ, ਆਪਣੀ ਕਿਹੜੀ ਹੈ ਬੱਚੇ? ਆਪਣੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈਗੀ। ਠੀਕ ਹੈ, ਦੇਖੋ ਅਗੇਨ ਬੜੇ ਪੋਲਿਟੀ ਤੋਂ ਕੁਐਸਚਨ ਨੇ, ਈਵਨ ਮੈਂ ਕਹਿੰਦਾ 50% ਕੁਐਸਚਨ ਪੋਲਿਟੀ ਦੇ ਵਿੱਚੋਂ ਆ ਜਾਣਗੇ ਇਹਦੇ ਵਿੱਚ। ਠੀਕ ਹੈ ਜੀ, ਤਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਵਿੱਚ ਆਪਰੇਟਸ ਔਨ ਵਿਚ ਦ ਫੋਲੋਇੰਗ ਪ੍ਰਿੰਸੀਪਲ। ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਵਿੱਚ ਕਿਹੜਾ ਪ੍ਰਿੰਸੀਪਲ ਅਪਲਾਈ ਹੁੰਦਾ ਹੈਗਾ? ਕੋਆਪਰੇਸ਼ਨ, ਕੋਆਰਡੀਨੇਸ਼ਨ, ਬਿਲਕੁਲ ਗਲਤ ਹੈ ਰਾਜੇ। ਐਗਜ਼ੀਕਿਊਟਿਵ ਤੇ ਲੈਜਿਸਲੇਚਰ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚੋਂ ਬਿਲਕੁਲ ਹੀ ਅਲੱਗ-ਅਲੱਗ ਹੁੰਦੇ ਨੇਗੇ। ਠੀਕ ਹੈ, ਕੋਈ ਕੋਆਪਰੇਸ਼ਨ ਨਹੀਂ ਹੁੰਦੀ ਉਹਨਾਂ ਦੇ ਵਿੱਚ। ਸੈਂਟਰਲਾਈਜੇਸ਼ਨ ਆਫ ਪਾਵਰ ਰਾਜੇ ਇਹ ਕੋਈ ਹੋਰ ਸਿਸਟਮ ਹੈ, ਇਹਦੇ ਵਿੱਚ ਐਪਲੀਕੇਬਲ ਨਹੀਂ ਹੋਏਗਾ। ਬੈਲੈਂਸ ਆਫ ਪਾਵਰ ਇਹ ਵੀ ਨਹੀਂ ਹੋਏਗਾ ਰਾਜੇ। ਤਾਂ ਆਪਣਾ ਆਨਸਰ ਡੀ ਆਏਗਾ ਜੀ, ਡਾਕਟਰੀਨ ਆਫ ਸੈਪਰੇਸ਼ਨ ਆਫ ਪਾਵਰਸ। ਠੀਕ ਹੈ, ਕਿਉਂਕਿ ਉਹਨਾਂ ਦੀ ਜਿਹੜੀ ਲੈਜਿਸਲੇਚਰ ਹੈ ਉਹ ਬਿਲਕੁਲ ਅਲੱਗ ਹੁੰਦੀ ਹੈ ਬੱਚੇ, ਜਿਹੜੀ ਉਹਨਾਂ ਦੀ ਐਗਜ਼ੀਕਿਊਟਿਵ ਹੈ ਉਹ ਵੀ ਬਿਲਕੁਲ ਅਲੱਗ ਹੁੰਦੀ ਹੈਗੀ। ਠੀਕ ਹੈ, ਤਾਂ ਦੋਨਾਂ ਦੇ ਵਿੱਚ ਜਿਹੜਾ ਕੀ ਹੈ ਸੈਪਰੇਸ਼ਨ ਹੁੰਦੀ ਹੈ, ਇਹ ਬਿਲਕੁਲ ਵੀ ਇਕੱਠੇ ਨਹੀਂ ਮਿਲਦੇ ਹੈਗੇ। ਤਾਂ ਇਹਦੇ ਵਿੱਚ ਸੈਪਰੇਸ਼ਨ ਆਫ ਪਾਵਰ ਦੀ ਗੱਲ ਹੁੰਦੀ ਹੈ। ਆਪਣਾ ਆਨਸਰ ਡੀ ਆਏਗਾ ਜੀ। ਵਿਚ ਦ ਫੋਲੋਇੰਗ ਇਜ਼ ਦ ਓਲਡੈਸਟ ਆਇਲ ਰਿਫਾਈਨਰੀ ਇਨ ਇੰਡੀਆ। ਤਾਂ ਆਪਣੇ ਇੰਡੀਆ ਦੀ, ਭਾਰਤ ਦੀ ਸਭ ਤੋਂ ਪੁਰਾਣੀ ਆਇਲ ਰਿਫਾਈਨਰੀ ਕਿਹੜੀ ਹੈ ਬੱਚੇ? ਆਪਣਾ ਆਨਸਰ ਆਏਗਾ ਏ, ਦਿਗਬੋਈ, ਅਸਮ ਦੇ ਵਿੱਚ। ਅਸਮ ਦਿਗਬੋਈ ਦੇ ਵਿੱਚ ਜਿਹੜੀ ਕੀ ਹੈ 1900 ਦੇ ਵਿੱਚ, ਬਲਕਿ 1901 ਦੇ ਵਿੱਚ ਇਹ ਜਿਹੜੀ ਰਿਫਾਈਨਰੀ ਆ ਉਹਨੂੰ ਬਣਾਇਆ ਗਿਆ ਸੀਗਾ ਅੰਗਰੇਜ਼ਾਂ ਦੁਆਰਾ। ਠੀਕ ਹੈ ਜੀ, ਤਾਂ ਅੱਜ ਵੀ ਰਾਜੇ ਇਹ ਮਤਲਬ ਕਾਫੀ ਚੱਲ ਰਹੀ ਹੈ, ਕੋਈ ਮਤਲਬ ਬਿਲਕੁਲ ਬੰਦ ਨਹੀਂ ਹੋਈ, ਅੱਜ ਵੀ ਆਪਰੇਟ ਕਰਦੀ ਹੈ। ਠੀਕ ਹੈ, ਤਾਂ ਨਾ ਹੀ ਸਿਰਫ ਇੰਡੀਆ ਦੀ ਰਾਜੇ, ਵਰਲਡ ਦੀਆਂ ਓਲਡੈਸਟ ਰਿਫਾਈਨਰੀਜ਼ ਦੇ ਵਿੱਚੋਂ ਇੱਕ ਹੈਗੀ ਇਹ। ਠੀਕ ਹੈ, ਵਰਲਡ ਦੀ ਓਲਡੈਸਟ ਨਹੀਂ ਹੈਗੀ ਬਟ ਓਲਡੈਸਟ ਰਿਫਾਈਨਰੀਜ਼ ਦੇ ਵਿੱਚੋਂ ਇੱਕ ਹੈਗੀ ਆ। ਠੀਕ ਹੈ ਜੀ, ਆਪਣਾ ਆਨਸਰ ਇਹ ਆਏਗਾ ਬਿਲਕੁਲ। ਸਰਹੰਦ ਕਨਾਲ ਇਜ਼ ਕਨੈਕਟਡ ਟੂ ਵਿਚ ਆਫ ਦ ਫੋਲੋਇੰਗ ਰਿਵਰ। ਠੀਕ ਹੈ, ਤਾਂ ਈਜ਼ੀ ਕੁਐਸਚਨ ਹੈ ਰਾਜੇ, ਸਤਲਜ ਰਹੇਗਾ। ਠੀਕ ਹੈ, ਤਾਂ ਆਪਾਂ ਨੂੰ ਵੈਸੇ ਵੀ ਆਪਾਂ ਲੌਜਿਕ ਲਗਾ ਸਕਦੇ ਹਾਂ ਬੱਚੇ, ਸਰਹੰਦ ਕਿੱਥੇ ਜਾਂ ਪਟਿਆਲੇ ਲਵੇ। ਠੀਕ ਹੈ, ਤਾਂ ਪਟਿਆਲੇ ਲਵੇ ਆਪਣੀ ਜਿਹੜੀ ਕੀ ਹੈ ਸਤਲਜ ਦੀ ਹੀ ਆਪਾਂ ਆ ਸਕਦੀ ਹੈ। ਠੀਕ ਹੈ, ਰਾਵੀ, ਘੱਗਰ, ਬਿਆਸ ਤਾਂ ਰਾਜੇ ਬਹੁਤ ਦੂਰ ਰਹਿ ਜਾਂਦੇ ਨੇ, ਤਾਂ ਕੋਈ ਮਤਲਬ ਨਹੀਂ ਬਣਦਾ ਹੈਗਾ। ਠੀਕ ਹੈ, ਆਪਣਾ ਆਨਸਰ ਡੈਫੀਨਿਟਲੀ ਸਤਲਜ ਹੀ ਆਉਣਾ ਸੀਗਾ ਇਹਦੇ ਵਿੱਚ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਬੱਚੇ, ਇਨ ਵਿਚ ਦ ਫਿਜ਼ੀਓਗ੍ਰਾਫਿਕ ਰੀਜਨ ਪੰਜਾਬ ਦਾ ਕੋਟਨ ਬੈਲਟ ਆਫ ਪੰਜਾਬ ਇਜ਼ ਲੋਕੇਟਡ। ਤਾਂ ਰਾਜੇ ਬੇਸਿਕਲੀ ਪੁੱਛ ਰਿਹਾ ਵੀ ਆਪਣੇ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਕੋਟਨ ਉਗਾਈ ਜਾਂਦੀ ਹੈ। ਤਾਂ ਰਾਜੇ ਬਿਲਕੁਲ ਈਜ਼ੀ ਕੁਐਸਚਨ ਹੈ, ਬਠਿੰਡਾ, ਮਲੋਟ ਜਿਹੜੇ ਆਪਣੇ ਸਾਊਥ ਵਾਲੇ ਇਲਾਕੇ ਨੇ ਉੱਥੇ ਜ਼ਿਆਦਾ ਕੋਟਨ ਉਗਾਈ ਜਾਂਦੀ ਹੈ, ਮਾਨਸਾ, ਬਠਿੰਡਾ ਇਹ ਸਾਰੇ। ਠੀਕ ਹੈ, ਤਾਂ ਬਿਲਕੁਲ ਜਿਹੜਾ ਮਾਲਵਾ ਵਾਲਾ ਰੀਜਨ ਹੈ ਰਾਜੇ, ਮਾਲਵਾ ਵਾਲੇ ਰੀਜਨ ਨੂੰ ਆਪਾਂ ਕੋਟਨ ਬੈਲਟ ਕਹਿ ਦਿੰਦੇ ਹਾਂ। ਠੀਕ ਹੈ, ਮਾਨਸਾ, ਬਠਿੰਡਾ, ਜਿਹੜਾ ਸਾਰਾ ਬਰੇਟੇ ਵਾਲਾ ਜਿਹੜਾ ਸਾਰਾ ਇਲਾਕਾ ਜਿਹੜਾ ਸਾਊਥ ਵਾਲਾ ਪੰਜਾਬ ਦੇ, ਜੇ ਆ ਪੰਜਾਬ ਹੈ ਤਾਂ ਇਹ ਸਾਰਾ ਜਿਹੜਾ ਬੈਲਟ ਆਪਣੀ ਇਹ ਮਾਲਵਾ ਬੈਲਟ ਹੈ, ਇਹ ਸਾਰੀ ਮਾਲਵਾ ਬੈਲਟ, ਔਰ ਇਹਨੂੰ ਆਪਾਂ ਕੋਟਨ ਬੈਲਟ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਚਲੋ ਹੋਰ ਪੰਜਾਬ ਦੇ ਵਿੱਚ ਬੱਚੇ ਪੈਡੀ ਲੱਗਦਾ ਹੁੰਦਾ, ਝੋਨਾ ਲੱਗਦਾ ਹੁੰਦਾ ਹੈਗਾ। ਠੀਕ ਹੈ, ਆਪਣਾ ਤੇ ਇੱਥੇ ਰਾਜੇ ਕੀ ਲੱਗ ਰਹੀ ਹੁੰਦੀ ਹੈ? ਇੱਥੇ ਕੋਟਨ ਲੱਗ ਰਹੀ ਹੁੰਦੀ ਹੈਗੀ ਉਸ ਟਾਈਮ ਤੇ। ਚਲੋ, what are the first 3 words of the Indian Constitution? ਅਗੇਨ ਪੋਲਿਟੀ ਦੇ ਵਿੱਚ ਕੁਐਸਚਨ ਹੈ ਰਿਲੇਟਡ ਟੂ ਸੈਲਫ ਗਵਰਨਮੈਂਟ। ਤਾਂ ਰਾਜੇ ਆਪਣੇ ਸੰਵਿਧਾਨ ਦੇ ਪਹਿਲੇ 3 ਵਰਡ ਕਿਹੜੇ ਨੇ ਬੇਸਿਕਲੀ? ਤਾਂ ਆਪਣੇ ਸੰਵਿਧਾਨ ਦੇ ਪਹਿਲੇ 3 ਵਰਡ ਮਤਲਬ ਆਪਣੇ ਪ੍ਰੀਐਮਬਲ ਦੇ ਪਹਿਲੇ 3 ਵਰਡ, ਤਾਂ ਉਹ ਹੈਗੇ ਨੇ ਰਾਜੇ ਵੀ ਦਾ ਪੀਪਲ, ਅਸੀਂ ਭਾਰਤ ਦੇ ਨਾਗਰਿਕ। ਠੀਕ ਹੈ, ਵੀ ਦਾ ਪੀਪਲ, ਅਸੀਂ ਲੋਕ, ਅਸੀਂ ਭਾਰਤ ਦੇ ਲੋਕ ਆਪਣੇ ਆਪ ਨੂੰ ਸੰਵਿਧਾਨ ਦੇ ਰਹੇ ਹਾਂ। ਠੀਕ ਹੈ, ਤਾਂ ਕਾਫੀ ਇੰਪੋਰਟੈਂਟ ਹੈ ਬੱਚੇ ਇਹ। ਅਸੀਂ ਕਲਾਸ ਦੇ ਵਿੱਚ ਬੱਚੇ ਸਾਰਾ ਪ੍ਰੀਐਮਬਲ ਸਾਰਾ ਦਾ ਸਾਰਾ ਬਾਈ ਹਰਟ ਯਾਦ ਕਰਦੇ ਹੁੰਦੇ ਹਾਂ। ਠੀਕ ਹੈ, ਤਾਂ ਉਹਦੇ ਵਿੱਚੋਂ ਹੀ ਪਹਿਲੇ 3 ਵਰਡ ਇੱਥੇ ਲਏ ਗਏ ਨੇ, ਉਹ ਹੈਗੇ ਨੇ ਵੀ ਦਾ ਪੀਪਲ। ਠੀਕ ਹੈ ਜੀ, ਇੱਕ ਹੋਰ ਵੀ ਕੁਐਸਚਨ ਦੇਖਾਂਗੇ ਆਪਾਂ ਇਸੇ ਪੇਪਰ ਦੇ ਵਿੱਚ, ਉਹ ਵੀ ਪ੍ਰੀਐਮਬਲ ਦੇ ਵਿੱਚੋਂ ਹੀ ਆਇਆ ਹੋਇਆ। ਠੀਕ ਹੈ, ਤਾਂ ਪ੍ਰੀਐਮਬਲ ਦੇ ਵਿੱਚੋਂ ਹੀ 2 ਕੁਐਸਚਨ ਆਏ ਹੋਏ ਨੇ ਇਸ ਐਗਜ਼ਾਮ ਦੇ ਵਿੱਚ। ਚਲੋ ਨੈਕਸਟ ਕੁਐਸਚਨ, ਵਿਚ ਇਜ਼ ਦ ਲੌਂਗੈਸਟ ਡੈਮ ਆਫ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਲੌਂਗੈਸਟ, ਬੱਚੇ ਧਿਆਨ ਰੱਖਣਾ ਲੌਂਗੈਸਟ ਪੁੱਛਿਆ, ਲਾਰਜੈਸਟ ਨਹੀਂ ਪੁੱਛਿਆ, ਦੋਨਾਂ ਦੇ ਵਿੱਚ ਡਿਫਰੈਂਸ ਹੈਗਾ। ਲੌਂਗੈਸਟ ਮਤਲਬ ਰਾਜੇ ਲੰਬਾ। ਠੀਕ ਹੈ, ਵੀ ਕਿੰਨਾ ਮਤਲਬ ਲੈਂਥ ਹੈਗੀ ਆ ਉਸਦੀ, ਨਦੀ ਦੀ ਜਿੰਨਾ ਪਾਣੀ ਸਟੋਰ ਕੀਤਾ ਉਹਦੀ ਲੈਂਥ ਕਿੰਨੀ ਹੈ। ਲਾਰਜੈਸਟ ਦਾ ਮਤਲਬ ਹੋਗਾ ਬੱਚੇ ਕਿੰਨੀ ਵੋਲਿਊਮ। ਠੀਕ ਹੈ, ਕਿੰਨਾ ਜ਼ਿਆਦਾ ਪਾਣੀ। ਠੀਕ ਹੈ, ਇੱਥੇ ਲੈਂਥ ਕਿੰਨੀ ਸੀ, ਉੱਥੇ ਵੋਲਿਊਮ ਆਊਗੀ ਲਾਰਜੈਸਟ ਦੇ ਵਿੱਚ, ਤਾਂ ਫਰਕ ਹੈ। ਆਪਾਂ ਨੂੰ ਲੌਂਗੈਸਟ ਪੁੱਛਿਆ ਗਿਆ ਬੱਚੇ, ਤਾਂ ਇਹਦਾ ਆਨਸਰ ਆਏਗਾ ਜੀ ਹੀਰਾਕੁੰਡ ਡੈਮ। ਇਹਦਾ ਆਨਸਰ ਆਪਣਾ ਆਏਗਾ ਜੀ
ਹੀਰਾਕੁੰਡ ਡੈਮ। ਇੰਡੀਆ ਦਾ ਸਭ ਤੋਂ ਜਿਹੜਾ ਲੌਂਗੈਸਟ ਡੈਮ ਹੈ ਉਹ ਹੀਰਾਕੁੰਡ ਡੈਮ ਹੈ ਉੜੀਸਾ ਦੇ ਵਿੱਚ। ਕਿਹੜੀ ਨਦੀ ਦੇ ਉੱਪਰ ਹੈ ਜੀ? ਇਹ ਮਹਾਨਦੀ ਦੇ ਉੱਪਰ ਹੈਗਾ। ਮਹਾਨਦੀ ਰਿਵਰ ਹੈ ਬੱਚੇ ਆਪਣੀ, ਈਸਟ ਫਲੋਇੰਗ ਰਿਵਰ ਹੈਗੀ, ਤਾਂ ਉਹਦੇ ਵਿੱਚ ਉਹਦੇ ਉੱਪਰ ਇਹ ਹੀਰਾਕੁੰਡ ਡੈਮ ਬਣਿਆ ਹੋਇਆ ਹੈਗਾ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਅਗੇਨ ਪੋਲਿਟੀ ਦੇ ਵਿੱਚੋਂ, ਅ ਬਿੱਲ ਕੈਨ ਨਾਟ ਬਿਕਮ ਐਨ ਐਕਟ ਆਫ ਪਾਰਲੀਮੈਂਟ ਅਨਲੈਸ ਐਂਡ ਅੰਟਿਲ। ਇੱਕ ਬਿੱਲ ਰਾਜੇ ਇੱਕ ਜਿਹੜਾ ਬਿੱਲ ਹੈ ਉਹ ਐਕਟ ਨਹੀਂ ਬਣ ਸਕਦਾ ਕਦੋਂ ਤੱਕ? ਜਦੋਂ ਤੱਕ ਉਹਨੂੰ ਪ੍ਰੈਜ਼ੀਡੈਂਟ ਦੇ ਸਿਗਨੇਚਰ ਨਾ ਮਿਲ ਜਾਣ। ਤਾਂ ਆਪਣਾ ਆਨਸਰ ਆਏਗਾ ਜੀ ਡੀ, ਇਟ ਗੈਟਸ ਅਸੈਂਟ ਫਰੋਮ ਪ੍ਰੈਜ਼ੀਡੈਂਟ। ਆਰਟੀਕਲ 111 ਬੱਚੇ, ਠੀਕ ਹੈ, ਪੜ੍ਹਦੇ ਹੁੰਦੇ ਕਲਾਸ 'ਚ ਆਪਾਂ। ਤਾਂ ਜਦੋਂ ਤੱਕ ਪ੍ਰੈਜ਼ੀਡੈਂਟ ਦਾ ਅਸੈਂਟ ਨਹੀਂ ਮਿਲਦਾ ਕੋਈ ਵੀ ਬਿੱਲ ਐਕਟ ਨਹੀਂ ਬਣਦਾ ਹੈਗਾ। ਠੀਕ ਹੈ ਜੀ, ਇਹ ਚੀਜ਼ ਹੈ। ਨੈਕਸਟ ਕੁਐਸਚਨ, ਇਨ ਪੋਸਟ ਕੋਵਿਡ ਪੇਸ਼ੈਂਟਸ ਡਿਵੈਲਪ ਮੁਕਰਮੋਕਾਈਸਿਸ। ਠੀਕ ਹੈ ਜੀ। ਤਾਂ ਇਹ ਜਿਹੜੀ ਡਿਸੀਜ਼ ਹੈ ਆਪਾਂ ਨੂੰ ਰਾਜੇ ਪੜ੍ਹਦੇ ਹੁੰਦੇ ਆਪਾਂ ਇਹ ਵੀ ਚੀਜ਼, ਤਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਆਪਾਂ। ਤਾਂ ਬੇਸਿਕਲੀ ਇਹਦਾ ਦੂਜਾ ਨਾਮ ਕੀ ਸੀ ਬੱਚੇ? ਬਲੈਕ ਫੰਗਸ। ਠੀਕ ਹੈ, ਬਲੈਕ ਫੰਗਸ ਵੀ ਇਹਨੂੰ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਤਾਂ ਇਹ ਆਪਣਾ ਆਨਸਰ ਇਹ ਆਏਗਾ। ਨੈਕਸਟ ਕੁਐਸਚਨ, ਹੂ ਪ੍ਰੈਜ਼ੈਂਟਡ ਡਿਮਾਂਡ ਫॉर ਪੰਜਾਬੀ ਸੂਬਾ ਫॉर ਫਸਟ ਟਾਈਮ। ਸਭ ਤੋਂ ਪਹਿਲਾਂ ਰਾਜੇ ਪੰਜਾਬੀ ਸੂਬਾ ਦੀ ਡਿਮਾਂਡ ਕਿਹਨੇ ਰੱਖੀ ਸੀ? ਤਾਂ ਈਜ਼ੀ ਕੁਐਸਚਨ ਹੈ ਰਾਜੇ, ਨਾਰਮਲ ਬੁੱਕਸ ਵਿੱਚ ਮਿਲ ਜਾਂਦਾ ਆਪਾਂ ਨੂੰ। ਤਾਂ ਮਾਸਟਰ ਤਾਰਾ ਸਿੰਘ। ਠੀਕ ਹੈ, ਮਾਸਟਰ ਤਾਰਾ ਸਿੰਘ ਨੇ ਸਭ ਤੋਂ ਪਹਿਲਾਂ ਪੰਜਾਬੀ ਸੂਬਾ ਦੀ ਡਿਮਾਂਡ ਰੱਖੀ ਸੀਗੀ। ਠੀਕ ਹੈ। ਨੈਕਸਟ ਕੁਐਸਚਨ, ਸਟੇਟ ਐਗਜ਼ੀਕਿਊਟਿਵ। ਅਗੇਨ ਪੋਲਿਟੀ ਦੇ ਵਿੱਚੋਂ ਬੱਚੇ, ਸਟੇਟ ਐਗਜ਼ੀਕਿਊਟਿਵ ਕੰਸਿਸਟ ਆਫ। ਤਾਂ ਇਹ ਵੀ ਆਪਾਂ ਜਿਹੜਾ ਕਲਾਸ ਦੇ ਵਿੱਚ ਬੜਾ ਅੱਛੀ ਤਰ੍ਹਾਂ ਪੜ੍ਹਦੇ ਹੁੰਦੇ ਆ ਬੱਚੇ, ਪਾਰਟ 6 ਦੇ ਵਿੱਚ ਆ ਜਾਂਦਾ। ਪਾਰਟ 6 ਸਟੇਟ ਦੇ ਨਾਲ ਕੰਸਰਨਡ ਹੈ ਬੱਚੇ। ਸੰਵਿਧਾਨ ਦੇ ਵਿੱਚ 25 ਪਾਰਟਸ ਨੇ ਬੱਚੇ, ਉਹਦੇ ਵਿੱਚੋਂ ਜਿਹੜਾ 6ਵਾਂ ਪਾਰਟ ਹੈ ਸਟੇਟ ਦੇ ਨਾਲ ਕੰਸਰਨਡ ਹੈ। ਔਰ ਸਟੇਟ ਦੇ ਵਿੱਚੋਂ ਐਗਜ਼ੀਕਿਊਟਿਵ ਪੁੱਛਿਆ ਗਿਆ ਵੀ ਸਟੇਟ ਸਰਕਾਰ ਦਾ ਕੌਣ ਪਾਰਟ ਹੈ ਬੇਸਿਕਲੀ। ਠੀਕ ਹੈ, ਗਵਰਨਰ CM ਬਿਲਕੁਲ ਹੈਗੇ ਨੇ, ਗਵਰਨਰ COM ਤੇ CM ਇਹ ਵੀ ਬਿਲਕੁਲ ਹੈਗੇ ਨੇ। ਗਵਰਨਰ CM ਡਿਪਟੀ CM ਨਹੀਂ, ਇੱਦਾਂ ਕੁਝ ਨਹੀਂ ਹੈਗਾ। ਚੀਫ ਮਿਨਿਸਟਰ ਤੇ ਮੈਂਬਰ। ਠੀਕ ਹੈ, ਇਹਦੇ ਵਿੱਚੋਂ ਰਾਜੇ B ਆਨਸਰ ਆਪਣਾ ਬਣਦਾ ਹੈ, ਗਵਰਨਰ, ਕਾਊਂਸਲ ਆਫ ਮਿਨਿਸਟਰਸ, CM। ਠੀਕ ਹੈ ਜੀ, ਇਹ ਤਿੰਨ ਬੰਦੇ ਦਾ ਡੈਫੀਨੇਟਲੀ ਆਪਣਾ ਸਟੇਟ ਐਗਜ਼ੀਕਿਊਟਿਵ ਦਾ ਪਾਰਟ ਹੈਗੇ ਹੀ ਹੈਗੇ ਨੇ। ਇਹਨਾਂ ਤੋਂ ਇਲਾਵਾ ਰਾਜੇ ਆਪਣਾ ਆਰਟੀਕਲ 165 ਵੀ ਆ ਜਾਂਦਾ ਹੈ, ਐਡਵੋਕੇਟ ਜਨਰਲ। ਠੀਕ ਹੈ, ਤਾਂ ਇਹ ਚਾਰ ਜਿਹੜੇ ਬੰਦੇ ਨੇ ਇਹ ਸਾਰੇ ਆਪਣੇ ਸਟੇਟ ਐਗਜ਼ੀਕਿਊਟਿਵ ਦਾ ਪਾਰਟ ਨੇਗੇ। ਕੌਣ ਕੌਣ? ਗਵਰਨਰ, ਕਾਊਂਸਲ ਆਫ ਮਿਨਿਸਟਰਸ, ਮੁੱਖ ਮੰਤਰੀ ਐਂਡ ਐਡਵੋਕੇਟ ਜਨਰਲ। ਠੀਕ ਹੈ, ਜੋ ਕਿ ਆਪਣੇ ਇਸ ਟਾਈਮ ਦੇ ਅਤੁਲ ਨੰਦਾ ਸਾਹਿਬ ਨੇਗੇ। ਠੀਕ ਹੈ ਜੀ, ਇਹ ਚੀਜ਼ ਹੈ। ਤਾਂ ਆਪਣਾ ਆਨਸਰ ਇੱਥੇ B ਆਊਗਾ ਜੀ ਡੈਫੀਨੇਟਲੀ। 24th ਕੁਐਸਚਨ ਬੱਚੇ, ਈਜ਼ੀ ਕੁਐਸਚਨ ਹੈ, ਨੈਸ਼ਨਲ ਯੂਥ ਡੇ ਇਜ਼ ਸੈਲੀਬ੍ਰੇਟਡ ਔਨ ਕਿਹੜੇ ਜਨਵਰੀ ਦੇ ਕਿਹੜੇ ਦਿਨ ਦੇ ਉੱਪਰ ਨੈਸ਼ਨਲ ਯੂਥ ਡੇ ਮਨਾਇਆ ਜਾਂਦਾ ਬੱਚੇ? ਤਾਂ ਬਿਲਕੁਲ ਈਜ਼ੀ ਕੁਐਸਚਨ ਹੈ, 12 ਜਨਵਰੀ, ਜੋ ਕਿ ਸਵਾਮੀ ਵਿਵੇਕਾਨੰਦ ਦਾ ਬਰਥਡੇ ਹੈ। ਠੀਕ ਹੈ, ਸਵਾਮੀ ਵਿਵੇਕਾਨੰਦ ਦਾ ਜੋ ਬਰਥ ਐਨੀਵਰਸਰੀ ਹੈ ਉਸ ਦਿਨ ਰਾਜੇ ਆਪਾਂ ਜਿਹੜਾ ਕੀ ਹੈ ਰਾਸ਼ਟਰੀ ਯੂਥ ਦਿਵਸ ਮਨਾਉਂਦੇ ਹਾਂ ਬੱਚੇ। ਠੀਕ ਹੈ, ਨੈਸ਼ਨਲ ਯੂਥ ਡੇ ਆਪਾਂ ਮਨਾਉਂਦੇ ਹਾਂ ਕਦੋਂ? ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ 'ਤੇ, ਜੋ ਕਿ 12 ਜਨਵਰੀ ਨੂੰ ਆਉਂਦਾ ਬੱਚੇ। ਇੱਥੋਂ ਆਪਾਂ ਹੋਰ ਵੀ ਦੇਖ ਸਕਦੇ ਬੱਚੇ ਕਿ ਜਿਹੜਾ 9 ਜਨਵਰੀ ਹੈਗੀ ਆ, 9 ਜਨਵਰੀ, ਇਸ ਦਿਨ ਆਪਾਂ ਰਾਜ ਕੀ ਮਨਾਉਂਦੇ ਹਾਂ? ਇਸ ਦਿਨ ਆਪਾਂ ਮਨਾਉਂਦੇ ਹਾਂ ਪ੍ਰਵਾਸੀ ਭਾਰਤੀय ਦਿਵਸ। ਪ੍ਰਵਾਸੀ ਭਾਰਤੀय ਦਿਵਸ। ਠੀਕ ਹੈ, ਇਹਦੇ ਵਿੱਚ ਕੀ ਹੈ? ਪ੍ਰਵਾਸੀ ਮਤਲਬ ਜੋ ਕਿ ਆਪਣੇ ਦੇਸ਼ ਤੋਂ ਬਾਹਰ ਰਹਿ ਰਹੇ ਇੰਡੀਅਨਸ ਹੈਗੇ। ਠੀਕ ਹੈ, ਆਪਾਂ NRIs ਕਹਿ ਸਕਦੇ ਆਪਾਂ। ਤਾਂ ਪ੍ਰਵਾਸੀ ਭਾਰਤੀय ਦਿਵਸ ਇਹ ਹਰ ਸਾਲ ਮਤਲਬ ਇਹ 9 ਜਨਵਰੀ ਨੂੰ ਮਨਾਇਆ ਜਾਂਦਾ ਬੱਚੇ। ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਇਸ ਦਿਨ ਆਪਣੇ ਜਿਹੜੇ ਗਾਂਧੀ ਜੀ ਨੇ ਸਾਊਥ ਅਫਰੀਕਾ ਤੋਂ ਵਾਪਸ ਆਏ ਸੀਗੇ। ਠੀਕ ਹੈ, 1915 ਦੇ ਵਿੱਚ ਗਾਂਧੀ ਜੀ ਸਾਊਥ ਅਫਰੀਕਾ ਤੋਂ 9 ਜਨਵਰੀ ਵਾਲੇ ਦਿਨ ਵਾਪਸ ਆਏ ਸੀਗੇ, 9 ਜਨਵਰੀ 1915 ਨੂੰ। ਠੀਕ ਹੈ, ਔਰ ਇਸੇ ਕਰਕੇ ਆਪਾਂ 9 ਜਨਵਰੀ ਨੂੰ ਆਪਾਂ ਕੀ ਮਨਾਉਂਦੇ ਹਾਂ ਜੀ? ਪ੍ਰਵਾਸੀ ਭਾਰਤੀय ਦਿਵਸ ਮਨਾਉਂਦੇ ਹਾਂ। ਇਸ ਕੁਐਸਚਨ ਦਾ ਆਪਣਾ ਆਨਸਰ B ਆਣਾ ਸੀ ਜੀ, 12 ਜਨਵਰੀ ਨੂੰ ਆਪਾਂ ਨੈਸ਼ਨਲ ਯੂਥ ਡੇ ਮਨਾਉਂਦੇ ਹਾਂ, ਕਿਉਂਕਿ ਉਦੋਂ ਸਵਾਮੀ ਵਿਵੇਕਾਨੰਦ ਦਾ ਬਰਥ ਐਨੀਵਰਸਰੀ ਹੁੰਦੀ ਆ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਬੱਚੇ, 25th ਕੁਐਸਚਨ, ਵਿਚ ਅਮੰਗ ਦ ਫੋਲੋਇੰਗ ਕੈਨ ਨਾਟ ਬੀ ਐਨ ਇਸ਼ੂ ਬਿਟਵੀਨ ਸੈਂਟਰ ਐਂਡ ਸਟੇਟ। ਕੇਂਦਰ ਤੇ ਰਾਜ ਸਰਕਾਰ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਇਸ਼ੂ ਕੋਈ ਮਤਲਬ ਕੋਈ ਮੁੱਦਾ ਨਹੀਂ ਬਣ ਸਕਦਾ, ਕੋਈ ਡਿਸਪਿਊਟ ਦਾ ਕਾਰਨ ਨਹੀਂ ਬਣ ਸਕਦਾ ਬੇਸਿਕਲੀ? ਮਿਸਯੂਜ਼ ਆਫ ਆਰਟੀਕਲ 356 ਬਿਲਕੁਲ ਰਾਜੇ, ਕਿਉਂਕਿ ਆਰਟੀਕਲ 356 ਕੀ ਹੈ ਬੱਚੇ? ਪ੍ਰੈਜ਼ੀਡੈਂਟਸ ਰੂਲ। ਪ੍ਰੈਜ਼ੀਡੈਂਟ ਰੂਲ ਮਤਲਬ ਕੀ ਹੈ? ਵੀ ਤੁਸੀਂ ਸਟੇਟ ਦੀ ਸਰਕਾਰ ਨੂੰ ਭੰਗ ਕਰ ਰਹੇ ਹੋ ਇੱਕ ਤਰ੍ਹਾਂ ਦਾ। ਠੀਕ ਹੈ, ਤਾਂ ਇਹ ਡੈਫੀਨੇਟਲੀ ਇੱਕ ਇਸ਼ੂ ਹੈਗਾ ਕੇਂਦਰ ਦੇ ਸਟੇਟ ਸਰਕਾਰ ਦੇ ਵਿੱਚ, ਤੇ ਇਹ ਤਾਂ ਆਊਗਾ ਰਾਜੇ। ਠੀਕ ਹੈ, ਇਹ ਆਨਸਰ ਨਹੀਂ ਹੋ ਸਕਦਾ। ਇਸ਼ੂ ਆਫ ਗ੍ਰਾਂਟਸ ਮਤਲਬ ਕੇਂਦਰ ਤੋਂ ਸਟੇਟ ਨੂੰ ਕਿੰਨੀਆਂ ਗ੍ਰਾਂਟਸ ਆ ਰਹੀਆਂ ਨੇਗੀਆਂ? ਆਰਟੀਕਲ 275 ਬੱਚੇ। ਠੀਕ ਹੈ, 275। ਤਾਂ ਇਹ ਵੀ ਡੈਫੀਨੇਟਲੀ ਮੁੱਦਾ ਹੁੰਦਾ, ਕਿਉਂਕਿ ਆਪਾਂ ਵੀ ਦੇਖ ਰਹੇ ਹਾਂ ਆਪਣਾ ਮਨਪ੍ਰੀਤ ਬਾਦਲ ਹਮੇਸ਼ਾ ਕਹਿੰਦਾ ਰਹਿੰਦਾ ਕਿ ਸਟੇਟ ਨੂੰ ਗ੍ਰਾਂਟ ਨਹੀਂ ਮਿਲੀ। ਠੀਕ ਹੈ, ਸਟੇਟ ਨੂੰ ਜਿਹੜੇ ਕਿ GST ਦੇ ਵਿੱਚੋਂ ਫੰਡ ਨਹੀਂ ਆਏ ਹੈਗੇ। ਤਾਂ ਇਹ ਵੀ ਹਮੇਸ਼ਾ ਮੁੱਦਾ ਰਹਿੰਦਾ ਹੀ ਰਿਹਾ ਕਿ ਹਰ ਸਟੇਟ ਕਹਿੰਦੇ ਵੀ ਮੈਨੂੰ ਕੇਂਦਰ ਦੇ ਵਿੱਚੋਂ ਗ੍ਰਾਂਟਸ ਅੱਛੀਆਂ ਨਹੀਂ ਮਿਲੀਆਂ ਹੈਗੀਆਂ। ਠੀਕ ਹੈ, ਨੈਕਸਟ ਬੱਚੇ ਰੋਲ ਆਫ ਗਵਰਨਰ, ਇਹ ਵੀ ਬਿਲਕੁਲ ਮੁੱਦਾ ਰਹਿੰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਵੈਸਟ ਬੰਗਾਲ ਦੇ ਵਿੱਚ ਜਿਹੜਾ ਉਹਨਾਂ ਦਾ ਗਵਰਨਰ ਹੈ ਅਤੇ ਉਹਨਾਂ ਦੀ CM ਹੈ, ਠੀਕ ਹੈ, ਮਮਤਾ ਬੈਨਰਜੀ, ਉਹਨਾਂ ਦੇ ਵਿੱਚ ਹਮੇਸ਼ਾ ਡਿਸਪਿਊਟ ਹੀ ਰਹਿੰਦੇ ਨੇਗੇ। ਠੀਕ ਹੈ, ਤਾਂ ਇਹ ਵੀ ਕੀ ਹੈ ਜੀ? ਮੁੱਦਾ ਹਮੇਸ਼ਾ ਬਣਿਆ ਹੀ ਰਹਿੰਦਾ ਦੋਨਾਂ ਦੇ ਵਿੱਚ। ਇਹਨਾਂ ਦੇ ਵਿੱਚੋਂ ਰਾਜੇ ਆਪਣਾ ਆਨਸਰ ਇਹ ਆਏਗਾ ਕਿ ਸਿਲੈਕਸ਼ਨ ਆਫ ਸਟੇਟ ਅਸੈਂਬਲੀ ਸਪੀਕਰ।
ਕਿਸੇ ਵੀ ਸਟੇਟ ਦੀ ਅਸੈਂਬਲੀ, ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਅਸੈਂਬਲੀ ਦਾ ਅਗਰ ਸਪੀਕਰ ਚੁਣਨਾ ਬੱਚੇ ਤਾਂ ਉਹਦੇ ਵਿੱਚ ਸੈਂਟਰ ਤੇ ਸਟੇਟ ਦਾ ਕੋਈ ਮੁੱਦਾ ਮਤਲਬ ਕੋਈ ਚਾਂਸਿਸ ਨਹੀਂ ਹੈਗੇ ਕੋਈ ਸੈਂਟਰ ਦੇ ਸਟੇਟ ਦੇ ਵਿੱਚ ਕੋਈ ਇਸ਼ੂ ਕ੍ਰੀਏਟ ਹੋਵੇ, ਠੀਕ ਹੈ। ਤਾਂ ਇਹ ਤਾਂ ਸਟੇਟ ਦਾ ਆਪਣਾ ਪ੍ਰੈਰੋਗੇਟਿਵ ਹੈਗਾ, ਆਪਣਾ ਕੋਈ ਮਕਸਦ ਹੈਗਾ ਵੀ ਜਿਹਨੂੰ ਮਰਜ਼ੀ ਆਪਣਾ ਕੀ ਹੈ ਸਪੀਕਰ ਚੁਣ ਸਕਦੇ ਨੇ ਅਸੈਂਬਲੀ, ਠੀਕ ਹੈ। ਤਾਂ ਇਹਦੇ ਵਿੱਚ ਸੈਂਟਰ ਦਾ ਕੋਈ ਰੋਲ ਹੀ ਨਹੀਂ ਹੈਗਾ, ਤਾਂ ਆਪਣਾ ਆਨਸਰ ਇਹਦੇ ਵਿੱਚ ਇਹ ਹੀ ਆਏਗਾ ਜੀ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਬੱਚੇ, ਪੰਜਾਬ ਹਿਸਟਰੀ ਦੇ ਵਿੱਚ ਕੁਐਸਚਨ ਆ ਗਿਆ। ਈਸਟ ਇੰਡੀਆ ਕੰਪਨੀ ਐਂਡ ਸਾਈਨਡ ਦਾ ਟ੍ਰੀਟੀ ਆਫ ਅੰਮ੍ਰਿਤਸਰ 1846 ਵਿਦ ਵਿਚ ਆਫ ਦਾ ਫੋਲੋਇੰਗ ਰੂਲਰ। ਬੱਚੇ ਧਿਆਨ ਦੇਣਾ ਹੈ, ਇੱਕ ਟ੍ਰੀਟੀ ਆਫ ਅੰਮ੍ਰਿਤਸਰ ਰਾਜੇ ਪਹਿਲਾਂ ਹੋਈ ਸੀ 1809 ਦੇ ਵਿੱਚ ਹੋਈ ਸੀਗੀ, 1809 ਦੇ ਵਿੱਚ ਉਹ ਤਾਂ ਹੋਈ ਸੀ ਬੱਚੇ ਰਣਜੀਤ ਸਿੰਘ ਨਾਲ, ਠੀਕ ਹੈ। ਬਟ ਹੁਣ ਗੱਲ ਕਰ ਰਹੇ ਆਪਾਂ 1846 ਦੀ। ਧਿਆਨ ਦੇਣਾ ਬੱਚੇ, ਇਸ ਟਾਈਮ ਤੱਕ ਰਣਜੀਤ ਸਿੰਘ ਸੀਗੇ ਹੀ ਨਹੀਂਗੇ, ਠੀਕ ਹੈ। ਉਹਨਾਂ ਦੀ ਡੈਥ ਆਲਰੇਡੀ ਹੋ ਚੁੱਕੀ ਹੈ ਰਣਜੀਤ ਸਿੰਘ ਦੀ। ਤਾਂ ਹੁਣ ਜਿਹੜੀ ਕੰਪਨੀ ਨੇ ਇਹ ਟ੍ਰੀਟੀ ਸਾਈਨ ਕੀਤੀ ਹੈ 1846 ਦੇ ਵਿੱਚ, ਕਿਹਦੇ ਨਾਲ ਸਾਈਨ ਕੀਤੀ ਹੈ ਬੱਚੇ, ਠੀਕ ਹੈ। ਤਾਂ ਮਹਾਰਾਜਾ ਰਣਜੀਤ ਸਿੰਘ ਤਾਂ ਰਾਜੇ ਬਿਲਕੁਲ ਵੀ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਦੀ ਤਾਂ ਡੈਥ ਹੋ ਚੁੱਕੀ ਹੈ ਇਸ ਟਾਈਮ ਤੱਕ। ਤਾਂ ਹੁਣ ਬੱਚੇ ਜੇ ਗੱਲ ਕਰੀਏ ਆਪਾਂ, ਇਹ ਟਾਈਮ ਹੈਗਾ ਬੱਚੇ ਆਫਟਰ ਦਾ ਫਰਸਟ ਐਂਗਲੋ ਸਿੱਖ ਵਾਰ। ਪਹਿਲੀ ਜਿਹੜੀ ਐਂਗਲੋ ਸਿੱਖ ਵਾਰ ਸੀ ਉਸ ਤੋਂ ਬਾਅਦ ਦੀ ਗੱਲ ਹੋ ਰਹੀ ਹੈ, ਕਿਉਂਕਿ ਪਹਿਲੀ ਐਂਗਲੋ ਸਿੱਖ ਵਾਰ 1845 ਤੋਂ 46 ਦੇ ਵਿੱਚ ਹੀ ਹੋਈ ਸੀਗੀ, ਠੀਕ ਹੈ। ਔਰ ਜਿਹੜੀ ਇਹ ਟ੍ਰੀਟੀ ਹੈ ਬੱਚੇ, ਇਹ ਟ੍ਰੀਟੀ ਇਸ ਐਂਗਲੋ ਸਿੱਖ ਵਾਰ ਤੋਂ ਬਾਅਦ ਹੀ ਹੋਈ ਸੀਗੀ, ਠੀਕ ਹੈ। ਤਾਂ ਬੇਸਿਕਲੀ ਇਸ ਟ੍ਰੀਟੀ ਦੇ ਵਿੱਚ ਕੀ ਹੋਇਆ ਸੀ, ਜਿਹੜੇ ਰਾਜਾ ਗੁਲਾਬ ਸਿੰਘ ਸੀਗੇ, ਰਾਜਾ ਗੁਲਾਬ ਸਿੰਘ ਡੋਗਰਾ, ਉਹਨਾਂ ਨੂੰ ਜੰਮੂ ਕਸ਼ਮੀਰ ਦੇ ਦਿੱਤਾ ਗਿਆ ਸੀਗਾ, ਠੀਕ ਹੈ। ਅੰਗਰੇਜ਼ਾਂ ਦੁਆਰਾ ਜੰਮੂ ਕਸ਼ਮੀਰ ਗੁਲਾਬ ਸਿੰਘ ਡੋਗਰਾ ਨੂੰ ਦੇ ਦਿੱਤਾ ਗਿਆ ਸੀ, ਔਰ ਇੱਥੋਂ ਹੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਡੋਗਰਾ ਰਾਜ ਸਥਾਪਿਤ ਹੋਇਆ ਸੀਗਾ, ਠੀਕ ਹੈ। ਤਾਂ ਜਿਹੜੀ ਇਹ ਟ੍ਰੀਟੀ ਸੀਗੀ, ਟ੍ਰੀਟੀ ਆਫ ਅੰਮ੍ਰਿਤਸਰ 1846 ਦੇ ਵਿੱਚ, ਇਹ ਸਾਈਨ ਕੀਤੀ ਗਈ ਸੀ ਅੰਗਰੇਜ਼ਾਂ ਦੇ ਵਿੱਚ ਐਂਡ ਰਾਜਾ ਗੁਲਾਬ ਸਿੰਘ ਡੋਗਰਾ, ਠੀਕ ਹੈ। ਤਾਂ ਆਪਣਾ ਆਨਸਰ ਸੀ ਆਏਗਾ ਜੀ, ਰਾਜਾ ਗੁਲਾਬ ਸਿੰਘ। ਚਲੋ ਜਿਹੜਾ ਰਾਜਾ ਹਰੀ ਸਿੰਘ ਵਗੈਰਾ ਸੀ ਰਾਜੇ, ਸਾਰੇ ਇਹਨਾਂ ਦੇ ਹੀ ਡਿਸੈਂਡੈਂਟ ਸੀਗੇ, ਠੀਕ ਹੈ, ਜਿਹੜੇ ਕਿ ਆਪਾਂ ਆਜ਼ਾਦੀ ਵੇਲੇ ਦੇਖਦੇ ਹਾਂ ਆਪਾਂ, ਠੀਕ ਹੈ ਜੀ। ਚਲੋ ਦ ਸੈਂਟਰਲ ਗਵਰਨਮੈਂਟ ਕੰਟਰੋਲਸ ਸਟੇਟ ਥਰੂ ਡਿਫਰੈਂਟ ਏਜੰਸੀਜ਼ ਐਂਡ ਟੈਕਨੀਕਸ। ਜਿਹੜੀ ਕੇਂਦਰ ਸਰਕਾਰ ਹੈ ਬੱਚੇ, ਉਹ ਜਿਹੜੀ ਰਾਜ ਸਰਕਾਰਾਂ ਨੂੰ ਕੰਟਰੋਲ ਕਰਦੀ ਹੈ, ਠੀਕ ਹੈ। ਜਿਵੇਂ ਆਪਾਂ ਗੱਲ ਕਰੀਏ ਮੋਦੀ ਸਰਕਾਰ, ਜਿਹੜੀ ਸਟੇਟਸ ਦੀਆਂ ਗਵਰਨਮੈਂਟਸ ਨੇ, ਜਾਂ ਆਪਾਂ ਗੱਲ ਕਰੀਏ ਪੰਜਾਬ ਦੀ ਸਰਕਾਰ ਹੈ ਜਾਂ ਕੋਈ ਵੀ ਸਰਕਾਰ ਹੈ, ਉਹਨਾਂ ਨੂੰ ਥੋੜ੍ਹੀ ਬਹੁਤੀ ਕੰਟਰੋਲ ਕਰਦੀਆਂ ਨੇ। ਕਿਵੇਂ? ਆਪਾਂ ਨੂੰ ਪਤਾ, ਜਿਵੇਂ ਕੋਈ CBI ਭੇਜ ਸੀ ਰਾਜੇ, ਠੀਕ ਹੈ, ਕੁਛ ਇਹ ਜਿਹਾ ਕੁਛ ਕਰਤਾ, ਕਿਉਂਕਿ ਕੇਂਦਰ ਦੀਆਂ ਏਜੰਸੀਆਂ ਨੇਗੀਆਂ, ਇਹ ਸਟੇਟ ਨੂੰ ਤੰਗ ਕਰਦੇ ਰਹਿੰਦੇ ਨੇ ਹਮੇਸ਼ਾ, ਠੀਕ ਹੈ। ਬਟ ਇਹਨਾਂ ਦਾ ਪੁੱਛ ਰਿਹਾ ਕਿ ਇਹਨਾਂ ਦੇ ਵਿੱਚੋਂ ਜਿਹੜੇ ਆਪਸ਼ਨ ਦਿੱਤੇ ਗਏ ਨੇ, ਇਹਨਾਂ ਦੇ ਵਿੱਚੋਂ ਕਿਹੜੀ ਉਹ ਚੀਜ਼ ਹੈ ਜੋ ਕੇਂਦਰ ਸਟੇਟ ਦੇ ਖਿਲਾਫ ਯੂਜ਼ ਨਹੀਂ ਕਰ ਸਕਦਾ। ਕੀ ਬੱਚੇ ਗਵਰਨਰ ਹੈਗਾ? ਬਿਲਕੁਲ ਹੈਗਾ। ਜਿਵੇਂ ਆਪਾਂ ਹੁਣੀ ਵੈਸਟ ਬੰਗਾਲ ਦੀ ਐਗਜ਼ਾਮਪਲ ਦੇਖੀ ਹੈ ਕਿ ਕੇਂਦਰ ਹਮੇਸ਼ਾ ਸਟੇਟ ਨੂੰ ਤੰਗ ਕਰ ਸਕਦਾ ਹੈ ਬਾਏ ਗਵਰਨਰ, ਠੀਕ ਹੈ ਜੀ। ਆਲ ਇੰਡੀਆ ਸਰਵਿਸ ਰਾਜੇ, ਇਹ ਵੀ ਬਿਲਕੁਲ ਠੀਕ ਹੈ, ਆਰਟੀਕਲ 312, ਕਿਉਂਕਿ ਜਿਹੜੇ IAS ਨੇ, IPS ਨੇ, ਇਹ ਕੌਣ ਨੇ ਬੱਚੇ? ਇਹ ਚਾਹੇ ਸਟੇਟ ਦੇ ਵਿੱਚ ਸਰਵ ਕਰ ਰਹੇ ਨੇ, ਬਟ ਇਹਨਾਂ ਦੀ ਰਿਕਰੂਟਮੈਂਟ ਕੌਣ ਕਰਦਾ ਹੈ? UPSC ਕਰਦਾ, ਜੋ ਕਿ ਕੇਂਦਰ ਦੀ ਬੋਡੀ ਹੈਗੀ ਹੈ, ਠੀਕ ਹੈ। ਤਾਂ ਇਹਨਾਂ ਨਾਲ ਵੀ ਜਿਹੜਾ ਕੀ ਹੈ, ਕੇਂਦਰ ਸਟੇਟ ਦੇ ਵਿੱਚ ਛੇੜਖਾਨੀਆਂ ਕਰ ਸਕਦਾ ਹੈਗਾ, ਠੀਕ ਹੈ, ਜਿਹੜੀ ਦਖਲਅੰਦਾਜ਼ੀ ਕਰ ਸਕਦਾ ਹੈ। ਗ੍ਰਾਂਟ ਸੀਨੀਅਰ ਬੱਚੇ ਆਰਟੀਕਲ 275 ਹੁਣੀ ਪੜ੍ਹਿਆ ਆਪਾਂ ਨੇ। ਤਾਂ ਇਹਦੇ ਵਿੱਚ ਕੀ ਹੈ ਬੱਚੇ, ਬਿਲਕੁਲ ਕੇਂਦਰ ਜਿਹੜੀ ਗ੍ਰਾਂਟਸ ਨੇ ਸਟੇਟ ਨੂੰ ਘਟਾ ਸਕਦਾ ਹੈ, ਵਧਾ ਸਕਦਾ ਹੈ, ਅਤੇ ਸਟੇਟ ਨੂੰ ਤੰਗ ਫਿਰ ਵੀ ਇੱਥੇ ਵੀ ਕਰ ਸਕਦਾ ਹੈਗਾ, ਠੀਕ ਹੈ ਜੀ। ਤਾਂ ਇਹ ਤਿੰਨ ਤਾਂ ਰਾਜੇ ਡੈਫੀਨੇਟਲੀ ਸੈਂਟਰ ਅਤੇ ਸਟੇਟ ਦੇ ਵਿੱਚ ਇਸ਼ੂ ਬਣਦੇ ਨੇਗੇ। ਜਿਹੜੀ ਗੱਲ ਕਰੀਏ ਆਪਾਂ ਸਟੇਟ ਪੁਲਿਸ ਦੀ, ਤਾਂ ਸਟੇਟ ਪੁਲਿਸ ਦੇ ਵਿੱਚ ਰਾਜੇ ਸੈਂਟਰ ਦਾ ਕੋਈ ਰੋਲ ਨਹੀਂ ਹੈਗਾ, ਠੀਕ ਹੈ, ਕਿਉਂਕਿ ਸਟੇਟ ਪੁਲਿਸ ਪਿਓਰਲੀ ਇੱਕ ਸਟੇਟ ਸਬਜੈਕਟ ਹੈਗਾ, ਠੀਕ ਹੈ। ਪੁਲਿਸ ਜਿਹੜਾ ਹੈਗਾ ਇੱਕ ਸਟੇਟ ਸਬਜੈਕਟ ਹੈ ਅੰਡਰ ਆਪਣਾ ਸ਼ਡਿਊਲ 7th ਸ਼ਡਿਊਲ ਦੇ ਅੰਤਰਗਤ ਜਿਹੜਾ ਸਟੇਟ ਪੁਲਿਸ ਹੈ ਬੱਚੇ, ਉਹ ਪਿਓਰਲੀ ਇੱਕ ਸਟੇਟ ਸਬਜੈਕਟ ਹੈਗਾ, ਸਟੇਟ ਲਿਸਟ ਦਾ ਸਬਜੈਕਟ ਹੈ। ਤਾਂ ਇਹਦੇ ਵਿੱਚ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਆਉਂਦਾ। ਕੇਂਦਰ ਸਰਕਾਰ ਸਟੇਟ ਪੁਲਿਸ ਦੀ ਸਹਾਇਤਾ ਨਾਲ ਸਟੇਟ ਨੂੰ ਕੰਟਰੋਲ ਨਹੀਂ ਕਰ ਸਕਦੀ। ਅਗਰ ਆਪਾਂ ਰੀਸੈਂਟ ਐਗਜ਼ਾਮਪਲ ਦੇਖੀਏ ਬੱਚੇ, ਤਾਂ ਜਿਹੜਾ ਕਿ ਆਪਣਾ ਇੱਕ ਰਾਣੇ ਕਰਕੇ ਯੂਨੀਅਨ ਮਿਨਿਸਟਰ ਹੈਗਾ, ਜਿਹਨੇ ਕਿ ਸ਼ਿਵ ਸੈਨਾ ਦੇ ਜਿਹੜਾ ਮੁੱਖ ਮੰਤਰੀ ਹੈ ਉਧਵ ਠਾਕਰੇ ਦੇ ਖਿਲਾਫ ਕੁਝ ਬੋਲਦਾ ਸੀਗਾ, ਤਾਂ ਉਸ ਕੇਂਦਰ ਦੇ ਮੰਤਰੀ ਦੇ ਖਿਲਾਫ FIR ਹੋ ਗਈ ਸੀ ਬੱਚੇ, ਠੀਕ ਹੈ। ਇਹਨੂੰ ਜੇਲ੍ਹ 'ਚ ਪਾਤਾ ਸੀਗਾ ਰਾਣੇ ਨੂੰ, ਠੀਕ ਹੈ। ਤਾਂ ਈਵਨ ਤਾਂ ਸਟੇਟ ਪੁਲਿਸ ਨੂੰ ਯੂਜ਼ ਕਰਕੇ ਇੱਕ ਕੇਂਦਰ ਦੇ ਮੰਤਰੀ ਨੂੰ ਜੇਲ੍ਹ 'ਚ ਪਾਤਾ ਸੀਗਾ, ਠੀਕ ਹੈ। ਤਾਂ ਆਪਾਂ ਦੇਖ ਪਾ ਰਹੇ ਹਾਂ ਵੀ ਸਟੇਟ ਪੁਲਿਸ ਦੇ ਉੱਪਰ ਕੇਂਦਰ ਸਰਕਾਰ ਦਾ ਕੋਈ ਰੋਲ ਹੈ ਹੀ ਨਹੀਂ, ਕੋਈ ਦਬਦਬਾ ਨਹੀਂ ਹੈਗਾ, ਕਿਉਂਕਿ ਸਟੇਟ ਪੁਲਿਸ ਪਿਓਰਲੀ ਸਟੇਟ ਦੀ ਹੀ ਡੋਮੇਨ ਹੈਗੀ ਹੈ, ਠੀਕ ਹੈ, ਇੱਕ ਰਾਜ ਦੀ ਡੋਮੇਨ ਹੈ, ਠੀਕ ਹੈ ਜੀ। ਚਲੋ 28ਵਾਂ ਕੁਐਸਚਨ ਬੱਚੇ, ਵਿਚ ਆਫ ਦ ਫੋਲੋਇੰਗ ਵਰਡਸ ਇਨ ਦਾ ਪ੍ਰੀਐਂਬਲ। ਅਗੇਨ ਦੇਖੋ, ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਪ੍ਰੀਐਂਬਲ ਦੇ ਵਿੱਚ ਇੱਕ ਹੋਰ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਵਰਡਸ ਇਨ ਦਾ ਪ੍ਰੀਐਂਬਲ ਆਫ ਕਨਸਟੀਟਿਊਸ਼ਨ ਵਾਸ ਨੋਟ ਇਨਸਰਟਡ ਥਰੂ 42nd ਅਮੈਂਡਮੈਂਟ। ਆਪਾਂ ਨੂੰ ਪਤਾ ਬੱਚੇ, ਆਪਣਾ ਜਿਹੜਾ ਪ੍ਰੀਐਂਬਲ ਹੈ ਉਹ ਇੱਕ ਵਾਰੀ ਅਮੈਂਡ ਹੋਇਆ, ਕਦੋਂ ਹੋਇਆ ਜੀ? 42nd ਅਮੈਂਡਮੈਂਟ ਦੇ ਨਾਲ, ਇਹ ਤਾਂ ਸਾਨੂੰ ਪਤਾ ਹੈ। ਔਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਸ ਪ੍ਰੀਐਂਬਲ ਦੇ ਵਿੱਚ, ਇਸ ਅਮੈਂਡਮੈਂਟ ਦੇ ਨਾਲ ਕਿਹੜੇ ਵਰਡ ਐਡ ਹੋਏ ਸੀ ਬੱਚੇ। ਤਾਂ ਮੈਂ ਦੱਸ ਦਿੰਦਾ ਬੱਚੇ, ਇੱਕ ਵਰਡ ਹੋਇਆ ਸੀ ਐਡ ਸੋਸ਼ਲਿਸਟ, ਇੱਕ ਹੋਇਆ ਸੀ ਜੀ ਸੈਕੂਲਰ, ਇੱਕ ਹੋਇਆ ਸੀ ਜੀ ਇੰਟੈਗ੍ਰਿਟੀ। ਤਾਂ ਇਹ ਤਿੰਨ ਵਰਡ ਐਡ ਹੋਏ ਨੇ ਆਪਣੇ ਇਸ 42nd ਅਮੈਂਡਮੈਂਟ ਦੇ ਨਾਲ, ਠੀਕ ਹੈ। ਤਾਂ ਦੇਖੋ ਕੁਐਸਚਨ ਗਲਤ ਹੈ ਵੈਸੇ ਤਾਂ ਇਹ, ਅਗਰ ਸੋਸ਼ਲਿਸਟ ਦੇਖੀਏ ਰਾਜੇ, ਇਹ ਤਾਂ ਐਡ ਹੋਇਆ, ਤਾਂ ਇਹ ਆਨਸਰ ਨਹੀਂ ਹੋ ਸਕਦਾ। ਇੰਟੈਗ੍ਰਿਟੀ ਵੀ ਆਨਸਰ ਨਹੀਂ ਹੋ ਸਕਦਾ, ਠੀਕ ਹੈ ਜੀ। ਤਾਂ ਆਨਸਰ ਆਊਗਾ ਬੱਚੇ, ਦੋਨੇ ਹੀ ਵਰਡ ਗਲਤ ਨੇਗੇ, B ਵੀ ਗਲਤ ਹੈ ਬੱਚੇ, D ਵੀ ਗਲਤ ਹੈ। ਬਟ ਓਬਵੀਅਸਲੀ ਦੇਖਣ ਨੂੰ ਪਤਾ ਲੱਗ ਰਿਹਾ ਹੈ ਵੀ ਸੈਕੂਲਰ ਲਿਖਣਾ ਚਾਹ ਰਹੇ ਸੀ, ਇਹ ਸਿਕਿਉਰ ਲਿਖਿਆ ਹੋਇਆ, ਬਟ ਇਹ ਸੈਕੂਲਰ ਲਿਖਣਾ ਚਾਹ ਰਹੇ ਸੀਗੇ, ਠੀਕ ਹੈ।
ਤਾਂ ਇੱਥੇ ਆਪਣਾ ਡੀ ਆਨਸਰ ਮਾਰਕ ਕਰਨਾ ਸੀ। ਵੈਸੇ ਤਾਂ ਤੁਹਾਨੂੰ ਡੈਫੀਨਿਟਲੀ ਗ੍ਰੇਸ ਮਾਰਕਸ ਮਿਲਣਗੇ ਕਿਉਂਕਿ ਦੋ ਆਪਸ਼ਨ ਇਹਦੇ ਵਿੱਚ ਸਹੀ ਬਣਦੇ ਨੇਗੇ, ਠੀਕ ਹੈ। ਨਾ ਹੀ ਬੀ ਐਡ ਹੋਇਆ ਸੀ ਨਾ ਹੀ ਡੀ ਐਡ ਹੋਇਆ ਸੀਗਾ, ਠੀਕ ਹੈ। ਦੋਨੋਂ ਆਪਸ਼ਨ ਬਣਦੇ ਨੇ ਇਹਦੇ ਵਿੱਚ, ਤਾਂ ਤੁਹਾਨੂੰ ਡੈਫੀਨਿਟਲੀ ਗ੍ਰੇਸ ਮਾਰਕਸ ਮਿਲਣਗੇ ਇਹਦੇ ਵਿੱਚ, ਠੀਕ ਹੈ ਜੀ, ਕੋਈ ਦਿੱਕਤ ਨਹੀਂ ਉਹਦੇ ਵਿੱਚ। ਤਾਂ ਡਿਗਨਿਟੀ ਵਰਡ ਵੈਸੇ ਇਹਦੇ ਵਿੱਚ ਆ ਸਕਦਾ ਸੀ ਕਿਉਂਕਿ ਸੈਕੂਲਰ ਨੂੰ ਇਹਨਾਂ ਨੇ ਸਿਕਿਉਰ ਲਿਖ ਰੱਖਿਆ ਹੈਗਾ, ਠੀਕ ਹੈ। ਤਾਂ ਸੋਸ਼ਲਿਸਟ, ਸੈਕੂਲਰ ਤੇ ਇੰਟੈਗ੍ਰਿਟੀ, ਇਹ ਤਿੰਨ ਵਰਡ ਐਡ ਹੋਏ ਸੀ ਬੱਚੇ ਆਪਣੀ 42nd ਅਮੈਂਡਮੈਂਟ ਦੇ ਨਾਲ, ਠੀਕ ਹੈ ਜੀ। ਚਲੋ, ਤਾਂ ਅਗਰ ਤੁਸੀਂ ਬੀ ਮਾਰਕ ਕੀਤਾ ਜਾਂ ਡੀ ਮਾਰਕ ਕੀਤਾ ਤਾਂ ਦੋਨੇ ਠੀਕ ਨੇ ਬੱਚੇ ਇਹਦੇ ਵਿੱਚ, ਠੀਕ ਹੈ। ਚਲੋ, ਹਾਊ ਮੈਨੀ ਸੈਸ਼ਨਸ ਆਫ ਲੋਕ ਸਭਾ ਟੇਕ ਪਲੇਸ ਇਨ ਅ ਈਅਰ। ਤਾਂ ਇੱਕ ਸਾਲ ਦੇ ਵਿੱਚ ਲੋਕ ਸਭਾ ਦੇ ਕਿੰਨੇ ਸੈਸ਼ਨ ਹੁੰਦੇ ਨੇ ਬੱਚੇ? ਤਾਂ ਇਨ ਜਨਰਲ 3 ਸੈਸ਼ਨ ਹੁੰਦੇ ਨੇ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ, ਠੀਕ ਹੈ। ਆਪਾਂ 3 ਸੈਸ਼ਨ ਪੜ੍ਹਦੇ ਹਾਂ, ਕੱਲੀ ਲੋਕ ਸਭਾ ਹੀ ਨਹੀਂ, ਈਵਨ ਰਾਜ ਸਭਾ ਦੇ ਵੀ। ਤਾਂ 3 ਸੈਸ਼ਨ ਮੇਨਲੀ ਹੁੰਦੇ ਨੇ ਇੱਕ ਸਾਲ ਦੇ ਵਿੱਚ। ਧਿਆਨ ਦੇਣਾ ਬੱਚੇ, ਅਗਰ ਪੁੱਛਿਆ ਜਾਵੇ ਹਾਊ ਮੈਨੀ ਮਿਨੀਮਮ ਸੈਸ਼ਨਸ, ਘੱਟੋ ਘੱਟ, ਤਾਂ ਉਹਦਾ ਆਨਸਰ ਆ ਸਕਦਾ ਸੀ 2। ਅਗਰ ਘੱਟੋ ਘੱਟ ਕਿੰਨੇ ਸੈਸ਼ਨ ਹੈਗੇ, ਠੀਕ ਹੈ, ਤਾਂ ਘੱਟੋ ਘੱਟ 2 ਹੋ ਸਕਦੇ ਨੇ। ਇਨ ਜਨਰਲ 3 ਸੈਸ਼ਨ ਹੁੰਦੇ ਨੇ, ਤਾਂ ਇਸ ਕੁਐਸਚਨ ਦਾ ਆਨਸਰ ਤਾਂ ਆਪਣਾ 3 ਹੀ ਆਏਗਾ, C3, ਠੀਕ ਹੈ ਜੀ, 3 ਆਏਗਾ। ਚਲੋ, ਨੈਕਸਟ ਕੁਐਸਚਨ ਬੱਚੇ, ਵਿਚ ਸਟੇਟ ਹੈਜ਼ ਲੌਂਚਡ ਯੋਨ ਟੈਬ ਸਕੀਮ 2021 ਫॉर ਸਟੂਡੈਂਟਸ। ਕਿਹੜੀ ਸਟੇਟ ਜਾਂ ਯੂਟੀ ਨੇ ਇਹ ਜਿਹੜੀ ਸਕੀਮ ਹੈ ਯੋਨ ਟੈਬ ਸਕੀਮ ਹੈ ਉਹ ਲਾਂਚ ਕੀਤੀ ਹੈਗੀ, ਠੀਕ ਹੈ। ਤਾਂ ਇਹਦਾ ਆਨਸਰ ਆਏਗਾ ਬੱਚੇ ਬੀ ਲਦਾਖ। ਲਦਾਖ ਯੂਟੀ ਨੇ ਰਾਜੇ ਇਹ ਸਕੀਮ ਲਾਂਚ ਕੀਤੀ ਹੈ। ਇਹਦੇ ਵਿੱਚ ਬੇਸਿਕਲੀ ਜਿਹੜੇ ਸਕੂਲ ਦੇ ਬੱਚੇ ਨੇਗੇ ਉਹਨਾਂ ਨੂੰ ਟੈਬਲੇਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ, ਠੀਕ ਹੈ। ਤਾਂ ਇਹ ਆਨਸਰ ਆਏਗਾ ਜੀ ਬੀ ਲਦਾਖ, ਟੈਬਲੇਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ, ਟੈਬਸ। ਨੈਕਸਟ ਕੁਐਸਚਨ ਬੱਚੇ 31, ਇਨ 1960 ਓਲੰਪਿਕਸ ਮਿਲਖਾ ਸਿੰਘ ਗੋਟ ਡੈਸ਼ ਇਨ ਐਥਲੈਟਿਕਸ, ਠੀਕ ਹੈ। ਤਾਂ ਮਿਲਖਾ ਸਿੰਘ ਦੀ ਰਾਜੇ ਕਿਹੜੀ ਪੋਜੀਸ਼ਨ ਆਈ ਸੀ 1960 ਦੇ ਓਲੰਪਿਕਸ ਦੇ ਵਿੱਚ? 8ਵੀਂ, ਚੌਥੀ, ਸੈਕਿੰਡ ਜਾਂ 5th ਪੋਜੀਸ਼ਨ? ਰਾਜੇ ਸੈਕਿੰਡ ਤਾਂ ਬਿਲਕੁਲ ਵੀ ਹੋ ਨਹੀਂ ਸਕਦੀ ਕਿਉਂਕਿ ਫਿਰ ਤਾਂ ਮੈਡਲ ਹੀ ਆ ਜਾਂਦਾ, ਠੀਕ ਹੈ। ਤਾਂ ਆਪਣਾ ਆਨਸਰ ਆਏਗਾ ਜੀ 4th ਪੋਜੀਸ਼ਨ ਇਨ 400 ਮੀਟਰ ਰੇਸ ਇਨ ਫਾਈਨਲ, ਠੀਕ ਹੈ। ਤਾਂ ਫਾਈਨਲ ਦੇ ਵਿੱਚ ਪਹੁੰਚੇ ਸੀ ਔਰ ਚੌਥੇ ਨੰਬਰ 'ਤੇ ਆ ਗਏ ਸੀ, ਬਿਲਕੁਲ ਬਰੀਫ ਜਾਂ ਮਾਰਜਨ ਸੀ ਮੈਡਲ ਲੈਣ ਤੋਂ, ਠੀਕ ਹੈ। ਤਾਂ 1960 ਦੇ ਵਿੱਚ ਜਿਹੜਾ ਓਲੰਪਿਕਸ ਹੋਇਆ ਸੀਗਾ ਉਹਦੇ ਵਿੱਚ ਮਿਲਖਾ ਸਿੰਘ ਦੀ ਚੌਥੀ ਪੋਜੀਸ਼ਨ ਆਈ ਸੀ ਬੱਚੇ 400 ਮੀਟਰ ਰੇਸ ਦੇ ਵਿੱਚ, ਠੀਕ ਹੈ ਜੀ। ਚਲੋ, 45 ਪੁਆਇੰਟ ਕੁਛ ਸੈਕਿੰਡ ਦਾ ਰਿਕਾਰਡ ਬਣਾਇਆ ਸੀ ਉਹਨਾਂ ਨੇ, ਠੀਕ ਹੈ, ਨੈਸ਼ਨਲ ਰਿਕਾਰਡ ਸੀ ਉਸ ਟਾਈਮ ਦਾ। ਤਾਂ ਵਿਚ ਦ ਫੋਲੋਇੰਗ ਅਥਾਰਟੀ ਕੰਡਕਟਸ ਇਲੈਕਸ਼ਨ ਟੂ ਦ ਆਫਿਸ ਆਫ ਪ੍ਰੈਜ਼ੀਡੈਂਟ। ਰਾਸ਼ਟਰਪਤੀ ਦਾ ਇਲੈਕਸ਼ਨ ਕਿਹੜੀ ਬੋਡੀ ਕਰਵਾਉਂਦੀ ਹੈ ਰਾਜੇ? ਤਾਂ ਬਿਲਕੁਲ ਈਜ਼ੀ ਕੁਐਸਚਨ ਹੈ, ਅਗੇਨ ਪੋਲਿਟੀ ਦੇ ਵਿੱਚੋਂ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਰਵਾਉਂਦੀ ਹੈ ਰਾਜੇ, ਠੀਕ ਹੈ। ਈਵਨ ਵਾਈਸ ਪ੍ਰੈਜ਼ੀਡੈਂਟ ਦਾ, ਠੀਕ ਹੈ, ਇਲੈਕਸ਼ਨ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਕਰਵਾਉਂਦੀ ਹੈ, ਠੀਕ ਹੈ। ਹੋਰ ਵੀ ਦੇਖ ਲੈਣਾ ਬੱਚੇ, ਆਪਣਾ ਜਿਹੜੇ MPs ਦੇ ਇਲੈਕਸ਼ਨ ਨੇ ਬੱਚੇ ਉਹ ਵੀ ਕਰਵਾਉਂਦੀ ਹੈ। ਜਿਹੜੇ MLAs ਦੇ, ਧਿਆਨ ਦੇਣਾ, ਜਿਹੜੇ ਸਟੇਟ ਦੇ MLAs ਨੇ ਉਹਨਾਂ ਦਾ ਇਲੈਕਸ਼ਨ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਕਰਵਾਉਂਦੀ ਹੈਗੀ, ਠੀਕ ਹੈ। ਆਰਟੀਕਲ ਕਿਹੜਾ ਬੱਚੇ ਦਾ? ਆਰਟੀਕਲ 324 ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ, ਠੀਕ ਹੈ। ਚਲੋ, ਧਿਆਨ ਦੇਣਾ, ਸਟੇਟ ਦੇ MLA ਦੇ ਇਲੈਕਸ਼ਨ ਵੀ, ਸਟੇਟ ਦੇ ਜਿਹੜੇ ਮੁੱਖ ਮੰਤਰੀ ਆਪਾਂ ਚੁਣਦੇ ਹਾਂ ਉਹਦੇ ਇਲੈਕਸ਼ਨ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਕਰਵਾਉਂਦੀ ਹੈਗੀ, ਠੀਕ ਹੈ। ਚਲੋ, ਇਨ ਇੰਡੀਆ ਹੂ ਇੰਟਰੋਡਿਊਸਡ ਡਿਜੀਟਲ ਪੇਮੈਂਟਸ ਇੰਡੈਕਸ, ਠੀਕ ਹੈ। ਇੱਕ ਇੰਡੈਕਸ ਹੈ ਬੱਚੇ ਡਿਜੀਟਲ ਪੇਮੈਂਟ ਇੰਡੈਕਸ, ਤਾਂ ਕਿਹਦੇ ਦੁਆਰਾ ਲਾਂਚ ਕੀਤਾ ਗਿਆ? ਤਾਂ ਈਜ਼ੀ ਕੁਐਸਚਨ ਹੈ ਬੱਚੇ, RBI ਦੁਆਰਾ। ਅਗਰ ਆਪਾਂ ਕਾਮਨ ਸੈਂਸ ਵੀ ਲਗਾਉਂਦੇ ਤਾਂ ਵੀ ਆਪਾਂ ਮਾਰਕ ਕਰ ਸਕਦੇ ਸੀਗੇ, ਠੀਕ ਹੈ। RBI ਇਸ ਇੰਡੈਕਸ ਨੂੰ ਲਾਂਚ ਕਰਦੀ ਹੈਗੀ, ਠੀਕ ਹੈ ਜੀ, ਡਿਜੀਟਲ ਪੇਮੈਂਟ ਇੰਡੈਕਸ। ਡੀ ਆਨਸਰ ਹੈਗਾ ਜੀ RBI। 34 ਕੁਐਸਚਨ, ਹੂ ਵਾਜ਼ ਦ ਫਸਟ ਵਿਮਨ ਜੱਜ ਇਨ ਸੁਪਰੀਮ ਕੋਰਟ ਆਫ ਇੰਡੀਆ। ਤਾਂ ਰਾਜੇ ਪਹਿਲੇ ਸੁਪਰੀਮ ਕੋਰਟ ਦੀ ਪਹਿਲੀ ਜਿਹੜੀ ਮਹਿਲਾ ਜੱਜ ਸੀ ਉਹ ਕੌਣ ਸੀਗੇ, ਠੀਕ ਹੈ। ਰਾਜੇ ਦੇਖੋ, ਇਹਦਾ ਵੀ ਦੇਖੋ ਫੈਕਚੁਅਲ ਕੁਐਸਚਨ ਹੈ, ਬਟ ਕਿਤੇ ਨਾ ਕਿਤੇ ਫਾਤਿਮਾ ਦੇਵੀ ਜਿਹੜਾ ਕੀ ਹੈ, ਕਿਤੇ ਨਾ ਕਿਤੇ ਤੁਹਾਡੇ ਵੀ ਜ਼ਿਹਨ ਦੇ ਵਿੱਚ ਹੋਊਗਾ ਵੀ ਕਿਤੇ ਨਾ ਕਿਤੇ ਪੜ੍ਹਿਆ ਹੋਇਆ ਹੈਗਾ, ਠੀਕ ਹੈ। ਤਾਂ ਇਹਦਾ ਆਨਸਰ ਵੀ ਡੈਫੀਨਿਟਲੀ C ਹੀ ਆਏਗਾ, M ਫਾਤਿਮਾ ਬੀਵੀ, ਠੀਕ ਹੈ। ਪਹਿਲੀ ਵਾਰੀ ਜਿਹੜਾ ਕੀ ਹੈ 1980s ਦੇ ਵਿੱਚ ਜਿਹੜੇ ਕੀ ਹੈ ਪਹਿਲੀ ਵੂਮੈਨ ਜੱਜ ਆਪਣੀ ਬਣੀ ਹੈ, ਕਾਫੀ ਦੇਰ ਬਾਅਦ ਬਣੀ ਹੈ, ਦੇਖੋ ਆਜ਼ਾਦੀ ਤੋਂ ਵੀ 30-40 ਸਾਲ ਬਾਅਦ ਬਣੇ ਨੇ ਪਹਿਲੀ ਵਾਰੀ ਵੂਮੈਨ ਜੱਜ। ਈਵਨ ਰਾਜੇ ਹੁਣ ਵੀ ਦੇਖੋ ਇੱਕ ਨਿਊਜ਼ ਦੇ ਵਿੱਚ ਨਵੀਂ ਚੀਜ਼ ਚੱਲ ਰਹੀ ਹੈ ਕਿ 2027-28 ਦੇ ਵਿੱਚ ਪਹਿਲੀ ਵਾਰੀ ਵਿਮਨ ਚੀਫ ਜਸਟਿਸ ਆਫ ਇੰਡੀਆ ਵੀ ਬਣ ਸਕਦੇ ਨੇ, ਠੀਕ ਹੈ। ਇੱਕ ਨਵੇਂ ਜੱਜ ਅਪਾਇੰਟ ਹੋਣ ਜਾ ਰਹੇ ਨੇ ਆਪਣੇ ਸੁਪਰੀਮ ਕੋਰਟ ਦੇ ਵਿੱਚ। 2027 ਦੇ ਵਿੱਚ ਹੋ ਸਕਦਾ ਹੈ ਸਾਡੀ ਪਹਿਲੀ ਜਿਹੜੀ ਮਹਿਲਾ ਚੀਫ ਜਸਟਿਸ ਆਫ ਇੰਡੀਆ ਵੀ ਆਪਾਂ ਨੂੰ ਮਿਲ ਜਾਣ। ਅੱਜ ਤੱਕ ਕੋਈ ਵੀ ਮਹਿਲਾ ਚੀਫ ਜਸਟਿਸ ਆਫ ਇੰਡੀਆ ਨਹੀਂ ਬਣ ਪਾਏ, ਹੋ ਸਕਦਾ 2027 ਦੇ ਵਿੱਚ ਸ਼ਾਇਦ ਬਣ ਜਾਣ, ਠੀਕ ਹੈ ਜੀ। ਇਹ ਵੀ ਕਰੰਟ ਅਫੇਅਰ ਦਾ ਕੁਐਸਚਨ ਹੈ, ਤੁਸੀਂ ਇੱਕ ਵਾਰੀ ਨਾਮ ਚੈੱਕ ਕਰ ਲਿਓ ਕੀ ਨਾਮ ਹੈ ਉਹਨਾਂ ਦਾ, ਠੀਕ ਹੈ, ਜਿਹੜੇ ਚੀਫ ਜਸਟਿਸ ਆਫ ਇੰਡੀਆ ਸ਼ਾਇਦ ਬਣ ਸਕਦੇ ਨੇ 2027 ਦੇ ਵਿੱਚ। ਰੀਸੈਂਟਲੀ ਹੀ ਉਹਨਾਂ ਦਾ ਜਿਹੜਾ ਨਾਮ ਹੈ ਰეკਮੈਂਡ ਹੋਏਗਾ। Who among the following in the state legislature decides whether a bill is money bill or not? Again ਪੋਲਿਟੀ ਦੇ ਵਿੱਚੋਂ ਹੈ, ਅਗੇਨ ਕਲਾਸ ਦਾ ਕੁਐਸਚਨ ਹੈ, ਬੜਾ ਈਜ਼ੀਲੀ ਕਰਦੇ ਹੁੰਦੇ ਆਪਾਂ, ਠੀਕ ਹੈ, ਕਿ ਕਿਹੜਾ ਫੰਕਸ਼ਨਰੀ ਹੈ ਜੋ ਡਿਸਾਈਡ ਕਰਦਾ ਹੈ ਕਿ ਕੋਈ ਬਿੱਲ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ? ਤਾਂ ਬਿਲਕੁਲ ਸਪੀਕਰ ਹੋਊਗਾ ਆਨਸਰ ਬੱਚੇ। ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਡਿਸਾਈਡਸ ਕਿ ਕੋਈ ਬਿੱਲ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ, ਠੀਕ ਹੈ। ਆਰਟੀਕਲ ਕਿਹੜਾ ਬੱਚੇ ਇਹਦਾ? ਆਰਟੀਕਲ ਆਊਗਾ ਆਪਣਾ 199, ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਸਟੇਟ ਦੀ ਗੱਲ ਕਰੀਏ ਤਾਂ ਸੈਂਟਰ ਦੀ ਗੱਲ ਕਰੀਏ ਤਾਂ 110 ਹੁੰਦਾ ਬੱਚੇ, ਠੀਕ ਹੈ, ਮਨੀ ਬਿੱਲ। ਅਗਰ ਆਪਾਂ ਸਟੇਟ ਦੀ ਗੱਲ ਕਰੀਏ ਤਾਂ ਆਲਮੋਸਟ 199 ਦੇ ਕਰੀਬ ਜਿਹੜਾ ਆਰਟੀਕਲ ਹੋਊਗਾ ਮਨੀ ਬਿੱਲ ਦਾ, ਸਟੇਟ ਦਾ। ਵਿਚ ਦਾ ਚੀਫ ਪੋਲਿਸੀ ਫਾਰਮੂਲੇਟਿੰਗ ਬੋਡੀ ਆਫ ਸੈਂਟਰਲ ਗਵਰਨਮੈਂਟ, ਕੇਂਦਰ ਸਰਕਾਰ ਦੀ
ਜਿਹੜੀ ਕਿ ਪ੍ਰਾਇਮਰੀ ਚੀਫ ਪਾਲਿਸੀ ਮੇਕਿੰਗ ਬੋਡੀ ਹੈ, ਜਿੱਥੇ ਕਿ ਸਾਰੇ ਹੀ ਪਾਲਿਸੀਜ਼ ਬਣਦੀਆਂ ਨੇਗੀਆਂ, ਤਾਂ ਉਹ ਕਿਹੜੀ ਬੋਡੀ ਹੈ ਬੱਚੇ? ਦੇਖੋ ਜਦੋਂ ਗੱਲ ਹੋ ਰਹੀ ਹੈ ਸਰਕਾਰ ਦੀ, ਸੈਂਟਰਲ ਗਵਰਨਮੈਂਟ ਦੀ, ਤਾਂ ਦੇਖੋ ਲੋਕ ਸਭਾ ਵੀ ਨਹੀਂ ਆ ਸਕਦਾ, ਰਾਜ ਸਭਾ ਵੀ ਨਹੀਂ ਆ ਸਕਦਾ, ਕਿਉਂਕਿ ਸਰਕਾਰ ਦੀ ਗੱਲ ਹੋ ਰਹੀ ਹੈ। ਠੀਕ ਹੈ, ਸਰਕਾਰ ਦੇ ਵਿੱਚ ਕੌਣ ਹੈ? ਪ੍ਰਧਾਨ ਮੰਤਰੀ ਹੈਗਾ ਜਾਂ ਉਹ ਕੈਬਨਿਟ ਹੈਗੀ ਉਹਨਾਂ ਦੀ। ਠੀਕ ਹੈ, ਹੁਣ ਜਦੋਂ ਇੱਕ ਬੋਡੀ ਦੀ ਗੱਲ ਕੀਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਕੋਈ ਬੋਡੀ ਨਹੀਂ ਹੈਗਾ, ਪ੍ਰਧਾਨ ਮੰਤਰੀ ਇੱਕ ਇੰਡੀਵਿਜੂਅਲ ਹੈਗਾ। ਠੀਕ ਹੈ, ਤਾਂ ਇੱਥੇ ਅਗਰ ਆਪਾਂ ਕਾਮਨ ਸੈਂਸ ਵੀ ਲਗਾਵਾਂਗੇ ਤਾਂ ਆਪਣਾ ਆਨਸਰ ਬਿਲਕੁਲ ਇਹੀ ਆਣਾ ਸੀ, ਕੈਬਨਿਟ। ਕੈਬਨਿਟ ਰਾਜ ਇੰਨੀ ਕੁ ਪਾਵਰਫੁਲ ਬੋਡੀ ਹੈ ਜਿੱਥੇ ਕਿ ਸਾਰੇ ਹੀ ਡਿਸੀਜਨ ਲਏ ਜਾਂਦੇ ਨੇਗੇ। ਠੀਕ ਹੈ, ਹੁਣ ਜਿਹੜੇ ਮੇਨ ਜਿਹੜੇ ਲੀਡਰਸ ਨੇਗੇ, ਅਮਿਤ ਸ਼ਾਹ ਹੋ ਗਿਆ, ਠੀਕ ਹੈ, ਰਾਜਨਾਥ ਸਿੰਘ ਹੋ ਗਿਆ, ਠੀਕ ਹੈ, ਇਹ ਜਿਹੜੇ ਮੇਨ ਲੀਡਰਸ ਨੇ ਇਹ ਕੈਬਨਿਟ ਦਾ ਪਾਰਟ ਹੁੰਦੇ ਨੇ, ਔਰ ਇਹੀ ਸਾਰੇ ਦੁਨੀਆ ਆਪਣੇ ਦੇਸ਼ ਦੇ ਜਿਹੜੇ ਡਿਸੀਜਨ ਲੈਂਦੇ ਨੇਗੇ। ਠੀਕ ਹੈ, ਸਾਰੀ ਭਾਰਤ ਸਰਕਾਰ ਦੀ ਪਾਲਿਸੀ ਇਹੀ ਬੋਡੀ ਹੀ ਬਣਾਉਂਦੀ ਹੈ, ਕੈਬਨਿਟ ਹੀ ਬਣਾਉਂਦੀ ਹੈਗੀ। ਠੀਕ ਹੈ ਜੀ, ਆਪਣਾ ਆਨਸਰ ਇਹ ਆਏਗਾ। ਨੈਕਸਟ ਕੁਐਸਚਨ ਬੱਚੇ, 37th ਕੁਐਸਚਨ, ਫੈਡਰਲ ਸਟਰਕਚਰ ਆਫ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡਸ ਡੈਸ਼ ਸਿਸਟਮ। ਤਾਂ ਈਜ਼ੀ ਕੁਐਸਚਨ ਹੈ ਬੱਚੇ, ਆਪਣੇ ਦੇਸ਼ ਦੇ ਵਿੱਚ 3 ਟੀਅਰ ਗਵਰਨਮੈਂਟ ਹੈਗੀ ਹੈ ਬੱਚੇ, ਸੈਂਟਰ ਹੈਗਾ, ਨੀਚੇ ਸਟੇਟ ਹੈਗੀ, ਔਰ ਨੀਚੇ ਆਪਣੀਆਂ ਲੋਕਲ ਬੋਡੀਜ਼ ਹੈਗੀਆਂ ਨੇ, ਜਿਵੇਂ ਆਪਣੀ ਪੰਚਾਇਤ ਹੋਈ, ਮਿਊਨਿਸਪੈਲਿਟੀ ਹੋਈ। ਠੀਕ ਹੈ, ਤਾਂ ਆਪਣਾ 3 ਟੀਅਰ ਸਟਰਕਚਰ ਹੈਗਾ ਇੰਡੀਅਨ ਗਵਰਨਮੈਂਟ ਦਾ। ਠੀਕ ਹੈ ਜੀ, ਚਲੋ ਸੀ ਆਨਸਰ ਆਏਗਾ 3 ਟੀਅਰ। 38th ਕੁਐਸਚਨ, ਦ ਫਰਸਟ ਸਾਊਂਡ ਪੰਜਾਬੀ ਫਿਲਮ ਹੀਰ ਰਾਂਝਾ, ਪਹਿਲੀ ਜਿਹੜੀ ਆਪਣੀ ਬੋਲਦੀ ਫਿਲਮ ਸੀ ਰਾਜੇ ਪੰਜਾਬੀ, ਹੀਰ ਰਾਂਝਾ, ਵਾਜ਼ ਰਿਲੀਜ਼ਡ ਇਨ ਵਿਚ ਦ ਫੋਲੋਇੰਗ ਈਅਰ। ਤਾਂ 1932 ਦੇ ਵਿੱਚ ਰਾਜੇ ਰਿਲੀਜ਼ ਹੋਈ ਸੀ ਇਹ ਜਿਹੜੀ ਫਿਲਮ ਸੀ ਹੀਰ ਰਾਂਝਾ। ਠੀਕ ਹੈ, ਹੀਰ ਰਾਂਝਾ ਪੰਜਾਬੀ ਦੀ ਪਹਿਲੀ ਬੋਲਦੀ ਫਿਲਮ ਸੀ, ਔਰ ਇਹ 1932 ਦੇ ਵਿੱਚ ਰਿਲੀਜ਼ ਹੋਈ ਸੀਗੀ। ਲਾਸਟ ਕੁਐਸਚਨ ਹੈ ਬੱਚੇ GS ਦੇ ਵਿੱਚੋਂ, ਨਹੀਂ ਲਾਸਟ ਨਹੀਂ ਹੈਗਾ, ਸੈਕਿੰਡ ਲਾਸਟ ਹੈ। ਦ ਐਕਟਿੰਗ ਚੀਫ ਜਸਟਿਸ ਆਫ ਸੁਪਰੀਮ ਕੋਰਟ ਇਨ ਇੰਡੀਆ ਇਜ਼ ਅਪੋਇੰਟਡ ਬਾਏ। ਤਾਂ ਰਾਜੇ ਅਗੇਨ ਈਜ਼ੀ ਕੁਐਸਚਨ ਹੈ, ਕੋਈ ਵੀ ਜੱਜ ਹੈ ਬੱਚੇ, ਕੋਈ ਵੀ ਜੱਜ ਹੈ, ਚਾਹੇ ਸੁਪਰੀਮ ਕੋਰਟ ਦਾ ਹੈ ਚਾਹੇ ਹਾਈ ਕੋਰਟ ਦਾ ਹੈ, ਉਹਨਾਂ ਦੀ ਅਪੋਇੰਟਮੈਂਟ ਪ੍ਰੈਜ਼ੀਡੈਂਟ ਹੀ ਕਰਦੇ ਨੇ। ਤਾਂ ਐਕਟਿੰਗ ਚੀਫ ਜਸਟਿਸ ਦੀ ਅਪੋਇੰਟਮੈਂਟ ਵੀ ਪ੍ਰੈਜ਼ੀਡੈਂਟ ਹੀ ਕਰਨਗੇ। ਠੀਕ ਹੈ, ਹੋਰ ਕਿਸੇ ਕੋਲ ਇਹੋ ਜਿਹੀ ਪਾਵਰ ਨਹੀਂ ਹੈਗੀ। ਤਾਂ ਆਪਣਾ ਆਨਸਰ ਇਹ ਆਏਗਾ। ਅਗੇਨ ਪੋਲਿਟੀ ਦੇ ਵਿੱਚ ਕੁਐਸਚਨ। ਠੀਕ ਹੈ, ਅਗੇਨ ਫੇਰ ਪੋਲਿਟੀ ਦੇ ਵਿੱਚੋਂ ਜਿਹੜਾ 40th ਕੁਐਸਚਨ ਹੈ, ਫੇਰ ਪੋਲਿਟੀ ਦੇ ਵਿੱਚੋਂ, ਤਾਂ ਆਲਮੋਸਟ 50% ਜਾਂ ਮੈਂ ਵੀ ਉਸ ਤੋਂ ਵੀ ਜ਼ਿਆਦਾ ਕੁਐਸਚਨ ਪੋਲਿਟੀ ਦੇ ਵਿੱਚੋਂ ਹੀ ਆਏ ਨੇਗੇ। ਠੀਕ ਹੈ, ਤਾਂ ਆਪਾਂ ਦੇਖ ਪਾ ਰਹੇ ਹਾਂ ਪੋਲਿਟੀ ਦੀ ਕਿੰਨੀ ਵੇਟੇਜ ਹੁੰਦੀ ਹੈ ਜ਼ਿਆਦਾ। ਚਲੋ, ਵਿਚ ਦ ਫੋਲੋਇੰਗ ਸਟੇਟਮੈਂਟਸ ਇਜ਼ ਨਾਟ ਟਰੂ ਅਬਾਊਟ ਸਟੇਟਸ ਆਫ ਗਵਰਨਰ ਇਨ ਸਟੇਟ ਇਨ ਇੰਡੀਆ। ਇਹਨਾਂ ਦੇ ਵਿੱਚੋਂ ਗਵਰਨਰ ਬਾਰੇ, ਜਿਹੜਾ ਰਾਜਪਾਲ ਹੈ, ਉਹਨਾਂ ਬਾਰੇ ਕਿਹੜੀ ਚੀਜ਼ ਸਹੀ ਨਹੀਂ ਹੈਗੀ? ਹਮੇਸ਼ਾ ਨੋਟ ਦਾ ਧਿਆਨ ਰੱਖਣਾ ਬੱਚੇ। ਅਪੋਇੰਟਮੈਂਟ ਆਫ ਸੇਮ ਪਰਸਨ ਐਜ਼ ਅ ਗਵਰਨਰ ਫੋਰ 2 ਤੋਂ ਜ਼ਿਆਦਾ ਸਟੇਟਸ। ਇੱਕ ਪਰਸਨ ਨੂੰ 2 ਤੋਂ ਜ਼ਿਆਦਾ ਸਟੇਟ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ? ਬਿਲਕੁਲ ਬਣਾਇਆ ਜਾ ਸਕਦਾ ਹੈ। ਠੀਕ ਹੈ, ਬਿਲਕੁਲ, ਤਾਂ ਠੀਕ ਹੈ ਰਾਜੇ, ਯਾਨੀ ਕਿ ਇਹ ਆਨਸਰ ਨਹੀਂ ਹੋ ਸਕਦਾ, ਕਿਉਂਕਿ ਆਪਣੇ ਤੋਂ ਪੁੱਛਿਆ ਜਾ ਰਿਹਾ ਕਿਹੜੀ ਸਟੇਟਮੈਂਟ ਗਲਤ ਹੈ, ਤਾਂ ਇਹ ਸਟੇਟਮੈਂਟ ਤਾਂ ਬਿਲਕੁਲ ਠੀਕ ਹੈ, ਤਾਂ ਇਹ ਆਨਸਰ ਨਹੀਂ ਹੋ ਸਕਦਾ। ਨੈਕਸਟ ਬੱਚੇ, ਅ ਗਵਰਨਰ ਐਕਟ ਐਜ਼ ਏਜੰਟ ਆਫ ਸੈਂਟਰਲ ਗਵਰਨਮੈਂਟ। ਇਹ ਸਟੇਟਮੈਂਟ ਵੀ ਬਿਲਕੁਲ ਠੀਕ ਹੈ, ਗਵਰਨਰ ਇੱਕ ਕੇਂਦਰ ਸਰਕਾਰ ਦਾ ਏਜੰਟ ਹੀ ਹੁੰਦਾ ਹੈਗਾ। ਅ ਗਵਰਨਰ ਇਜ਼ ਨੋਮੀਨਲ ਐਗਜ਼ੀਕਿਊਟਿਵ ਹੈਡ ਆਫ ਸਟੇਟ। ਇਹ ਕੁਐਸਚਨ ਵੀ ਬਿਲਕੁਲ ਠੀਕ ਹੈ, ਇਹ ਸਟੇਟਮੈਂਟ ਬਿਲਕੁਲ ਠੀਕ ਹੈ ਜੀ। ਆਪਣੇ ਜਿਹੜਾ ਸਿਸਟਮ ਹੈ ਪਾਰਲੀਮੈਂਟਰੀ ਸਿਸਟਮ, ਇਹ ਡਿਊਲ ਐਗਜ਼ੀਕਿਊਟਿਵ ਸਿਸਟਮ ਹੈ, ਡਿਊਲ ਐਗਜ਼ੀਕਿਊਟਿਵ ਦਾ। ਠੀਕ ਹੈ, ਇਹਦੇ ਵਿੱਚ ਇੱਕ ਰੀਅਲ ਐਗਜ਼ੀਕਿਊਟਿਵ ਹੁੰਦਾ ਬੱਚੇ, ਇੱਕ ਨੋਮੀਨਲ। ਰੀਅਲ ਕੌਣ ਹੁੰਦਾ ਬੱਚੇ? CM ਹੁੰਦਾ ਹੈ, ਔਰ ਨੋਮੀਨਲ ਕੌਣ ਹੁੰਦਾ ਹੈ? ਗਵਰਨਰ ਹੁੰਦਾ ਹੈਗਾ। ਠੀਕ ਹੈ, ਤਾਂ ਇਹੀ ਕਿਹਾ ਗਿਆ ਜੀ ਕਿ ਗਵਰਨਰ ਇਜ਼ ਨੋਮੀਨਲ ਐਗਜ਼ੀਕਿਊਟਿਵ ਹੈਡ ਆਫ ਦ ਸਟੇਟ। ਇਹ ਸਟੇਟਮੈਂਟ ਬਿਲਕੁਲ ਠੀਕ ਹੈ ਜੀ। ਲਾਸਟ ਬੱਚੇ, ਆਫਿਸ ਆਫ ਗਵਰਨਰ ਇਜ਼ ਐਨ ਐਮਪਲੋਇਮੈਂਟ ਅੰਡਰ ਸੈਂਟਰਲ ਗਵਰਨਮੈਂਟ। ਇਹ ਸਟੇਟਮੈਂਟ ਬਿਲਕੁਲ ਔਰ ਬਿਲਕੁਲ ਗਲਤ ਹੈ, ਆਪਣਾ ਆਨਸਰ D ਆਏਗਾ ਜੀ। ਜਿਹੜਾ ਗਵਰਨਰ ਹੈ ਬੱਚੇ, ਉਹ ਏਜੰਟ ਤਾਂ ਹੈਗਾ, ਠੀਕ ਹੈ, ਬਟ ਕੋਈ ਐਮਪਲੋਇਮੈਂਟ ਨਹੀਂ ਹੈਗੀ, ਕੋਈ ਸਰਕਾਰ ਦਾ ਮੁਲਾਜ਼ਮ ਨਹੀਂ ਹੈਗਾ, ਕੇਂਦਰ ਸਰਕਾਰ ਦਾ ਕੋਈ ਮੁਲਾਜ਼ਮ ਨਹੀਂ ਹੈਗਾ। ਇੱਕ ਕੌਨਸਟੀਟਿਊਸ਼ਨਲ ਪੋਸਟ ਹੈ ਬੱਚੇ ਗਵਰਨਰ ਦੀ, ਕੋਈ ਛੋਟੀ ਮੋਟੀ ਪਦ ਨਹੀਂ ਹੈਗਾ, ਅੱਛੀ ਪੋਸਟ ਹੈ, ਬਹੁਤ ਅੱਛੇ ਲੈਵਲ ਦੀ ਪੋਸਟ ਹੈ, ਕੋਈ ਕੇਂਦਰ ਸਰਕਾਰ ਦਾ ਕੋਈ ਮੁਲਾਜ਼ਮ ਨਹੀਂ ਹੈਗਾ। ਠੀਕ ਹੈ, ਕੋਈ ਇਹ ਚੀਜ਼ ਨਹੀਂ, ਤਾਂ ਆਪਣਾ ਆਨਸਰ ਬਿਲਕੁਲ D ਹੀ ਆਏਗਾ ਇਹਦੇ ਵਿੱਚ। ਠੀਕ ਹੈ ਬੱਚੇ, ਤਾਂ ਰਾਜੇ ਇਹ ਸੀ ਦੇਖੋ ਸਾਰਾ ਆਪਣਾ GK ਵਾਲਾ ਪੋਰਸ਼ਨ ਜੋ ਜੇਲ੍ਹ ਵਾਰਡ ਦੇ ਐਗਜ਼ਾਮ ਦੇ ਵਿੱਚ ਹੋਇਆ। ਆਈ ਹੋਪ ਰਾਜੇ ਚੀਜ਼ਾਂ ਕਲੀਅਰ ਹੋਈਆਂ ਹੋਣੀਆਂ। ਠੀਕ ਹੈ, ਤਾਂ ਬਾਕੀ ਠੀਕ ਹੈ ਬੱਚੇ, ਅਗਰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਰਾਜੇ ਕਰੀਅਰ ਐਜ ਨਾਲ ਤੁਸੀਂ ਜੁੜ ਸਕਦੇ ਹੋ। ਠੀਕ ਹੈ, ਕਰੀਅਰ ਦਾ ਨੰਬਰ ਤੁਹਾਨੂੰ ਰਾਜੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਬੱਚੇ, ਇੱਕ ਅਪਕਮਿੰਗ ਐਗਜ਼ਾਮ ਜਿਹੜੇ ਕਾਂਸਟੇਬਲ ਦਾ ਐਗਜ਼ਾਮ ਹੋਣ ਵਾਲਾ ਬੱਚੇ, ਹੈੱਡ ਕਾਂਸਟੇਬਲ ਦਾ, ਅਗਰ ਤੁਸੀਂ ਉਹਨਾਂ ਦੀ ਵੀ ਤਿਆਰੀ ਕਰ ਰਹੇ ਹੋ ਔਰ ਅੱਛੇ ਲੈਵਲ ਦੀ ਤਿਆਰੀ, ਤਾਂ ਮੈਂ ਤੁਹਾਨੂੰ ਅਸ਼ੋਰ ਕਰਵਾ ਦੇਣਾ ਬੱਚੇ, ਇਸ ਪੇਪਰ ਦੇ ਵਿੱਚ ਪੋਲਿਟੀ ਦੇ 100% ਕੁਐਸਚਨ, ਜਿੰਨੇ ਵੀ ਪੋਲਿਟੀ ਦੇ ਕੁਐਸਚਨ ਨੇ, 100 ਮੈਂ ਨਹੀਂ ਕਹਾਂਗਾ, ਚਲੋ 95% ਕੁਐਸਚਨ ਜਿਹੜੇ ਹੈਗੇ ਨੇ ਉਹ ਕਲਾਸ ਦੇ ਵਿੱਚ ਆਪਾਂ ਬੜੇ ਈਜ਼ੀਲੀ ਕਰਦੇ ਹਾਂ, ਆਪਾਂ ਬੜੇ ਈਜ਼ੀਲੀ, ਬੜੇ ਜਿਹੜਾ ਕੀ ਹੈ ਮਤਲਬ ਆਰਾਮ ਨਾਲ ਸੋਲਵ ਕਰ ਲੈਣੇ ਆਪਾਂ। ਠੀਕ ਹੈ, ਤਾਂ ਕਲਾਸ ਦੇ ਵਿੱਚ ਕੁਐਸਚਨ ਆਏ ਹੋਏ ਨੇ ਸਾਰੇ। ਤਾਂ ਅਗਰ ਤੁਸੀਂ ਕਾਂਸਟੇਬਲ ਦੀ, ਹੈੱਡ ਕਾਂਸਟੇਬਲ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਡੈਫੀਨੇਟਲੀ ਬੱਚੇ ਤੁਸੀਂ ਕਰੀਅਰ ਨਾਲ ਜੁੜ ਸਕਦੇ ਹੋ। ਤਾਂ ਡਿਸਕ੍ਰਿਪਸ਼ਨ ਦੇ ਵਿੱਚ ਰਾਜੇ ਤੁਹਾਨੂੰ ਨੰਬਰ ਮਿਲ ਜਾਏਗਾ ਕਿ ਕਿਵੇਂ ਤੁਸੀਂ ਹੈਲਪ ਲੈ ਸਕਦੇ ਹੋ, ਚਾਹੇ ਕੋਈ ਸਟੱਡੀ ਮਟੀਰੀਅਲ ਬੱਚੇ, ਚਾਹੇ ਕੋਈ ਲੈਕਚਰਸ ਲੈਣੇ ਨੇ, ਜਾਂ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਲੈਣੀ ਹੈ, ਤਾਂ ਤੁਸੀਂ ਡੈਫੀਨੇਟਲੀ ਕੰਟੈਕਟ ਕਰ ਸਕਦੇ ਹੋ ਬੱਚੇ। ਠੀਕ ਹੈ, ਚਲੋ ਬੱਚੇ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਵੀਡੀਓ ਵਿੱਚ। ਟੇਕ ਕੇਅਰ ਬੇਟੇ।